ਭੈਰਵ ਮਹਲਾ ਪਹਿਲਾ। ਭੈਰਵ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਮ ਮਨੁੱਖ ਦੀ ਜਿਸ ਪ੍ਰਕਾਰ ਉਮਰ ਗੁਜ਼ਰਦੀ ਹੈ ਉਸ ਪ੍ਰਕਾਰ ਕਥਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਗਲੀ ਰੈਣ ਸੋਵਤ ਗਲ ਫਾਹੀ। ਜਿਹੜੇ ਸੰਤ ਮਹਾਂਪੁਰਖ ਹਨ ਗੁਰਦੁਆਰੇ ਦੇ ਗੁਰਮੁਖ ਨੇ, ਇਹ ਕਥਾ ਉਹਨਾਂ ਦੀ ਨਹੀਂ ਹੈ। ਉਹਨਾਂ ਦੀ ਕਥਾ ਬਾਰੇ ਤਾਂ ਬਚਨ ਆਉਂਦਾ ਹੈ, ਪਿੰਨੀ ਰੈਣੜੀਐ ਚਮਕਣ ਤਾਰੇ। ਜਾਗੈ ਸੰਤ ਜਨ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੈ ਨਾਮ ਸਿਮਰੈ ਆਨੰਦ ਨੂੰ। ਪਰ ਜਿਹੜੇ ਆਮ ਮਨੁੱਖ ਨੇ ਉਹਨਾਂ ਦੀ ਸਾਰੀ ਰਾਤ ਸੁੱਤੇ ਹੋਇਆਂ ਨੀਂਦ ਦੀ ਫਾਹੀ ਦੇ ਵਿੱਚ ਜੋ ਜੀਵ ਦੇ ਗਲੇ ਵਿੱਚ ਪਈ ਰਹਿੰਦੀ ਹੈ, ਇਸੇ ਤਰ੍ਹਾਂ ਹੀ ਬਤੀਤ ਹੁੰਦੀ ਹੈ। ਇਸੇ ਪ੍ਰਕਾਰ ਸਗਲੀ ਰੈਣ ਸੋਵਤ ਗਲ ਫਾਹੀ। ਵਸ਼ਈ ਪੁਰਖਾਂ ਦੇ ਗਲ ਵਿੱਚ ਸਾਰੀ ਰਾਤ ਕਾਂਤਾਂ ਦੀਆਂ ਭੁਜਾਵਾਂ ਰੂਪ ਫਾਹੀ ਪਈ ਰਹਿੰਦੀ ਹੈ। ਇਸੇ ਤਰ੍ਹਾਂ ਹੀ ਰਾਤ ਵਿਸ਼ੇ ਵਿਕਾਰਾਂ ਦੇ ਵਿੱਚ ਬਤੀਤ ਹੁੰਦੀ ਹੈ। ਗਲ ਪਈ ਸੋ ਜਮ ਕੀ ਫਾਸ। ਤਿਨਸ ਜੰਜਾਲ ਗਵਾਇਆ। ਅਤੇ ਦਿਨ ਬੰਧਨਾਂ ਵਿੱਚ ਫਸ ਕੇ ਉਹਨਾਂ ਨੇ ਗਵਾ ਦਿੱਤਾ ਹੈ। ਇਨ ਪਲ ਘੜੀ ਨਹੀਂ ਪ੍ਰਭ ਜਾਣਿਆ। ਸੋ ਜਿਹੜਾ ਪਰਮਾਤਮਾ ਇਹੋ ਜਗਤ ਉਪਾਇਆ। ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਸੰਸਾਰ ਪੈਦਾ ਕੀਤਾ ਹੈ, ਉਸ ਪ੍ਰਭੂ ਨੂੰ ਇੱਕ ਛਿਨ, ਇੱਕ ਪਲ ਅਤੇ ਇੱਕ ਘੜੀ ਮਾਤਰ ਵੀ ਨਹੀਂ ਜਾਣਨਾ ਕੀਤਾ। ਭਾਵ ਕਿ ਉਸ ਦਾ ਨਾਮ ਨਹੀਂ ਜਪਿਆ। ਮਨ ਰੇ ਹੈ ਮੇਰਿਆ ਮਨ ਕਿਉਂ ਛੋਟਸ ਦੁਖ ਭਾਰੀ। ਇਸ ਪ੍ਰਕਾਰ ਤੂੰ ਕਿਵੇਂ ਛੁੱਟ ਸਕੇਗਾ, ਕਿਉਂਕਿ ਤੈਨੂੰ ਜੰਮਣ ਮਰਨ ਦੇ ਭਾਰੀ ਦੁੱਖ ਚੰਬੜੇ ਹੋਏ ਹਨ। ਕਿਆ ਲੈ ਆਵਸ ਕਿਆ ਲੈ ਜਾਵਸ। ਤੂੰ ਇਸ ਸੰਸਾਰ ਦੇ ਵਿੱਚ ਕੀ ਲੈ ਕੇ ਆਇਆ ਸੀ ਅਤੇ ਕੀ ਲੈ ਕਰਕੇ ਜਾਵੇਂਗਾ। ਭਾਵ ਪੁੰਨ ਲੈ ਕੇ ਆਇਆ ਸੀ ਅਤੇ ਪਾਪ ਲੈ ਕੇ ਜਾਵੇਂਗਾ, ਜਾਂ ਖਾਲੀ ਹੱਥੀਂ ਆਇਆ ਸੀ ਅਤੇ ਖਾਲੀ ਹੱਥੀਂ ਜਾਵੇਂਗਾ। ਰਾਮ ਜਪਹੁ ਗੁਣਕਾਰੀ। ਇਸ ਲਈ ਗੁਣ ਕਰਨ ਵਾਲੇ ਰਾਮ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਜਾਂ ਉਪਕਾਰੀ ਸਤਿਗੁਰਾਂ ਨਾਲ ਮਿਲ ਕੇ ਰਾਮ ਨਾਮ ਜਪਣਾ ਕਰ, ਜਾਂ ਰਾਮ ਨਾਮ ਨੂੰ ਜਪ। ਜੋ ਗੁਣ ਵਿਸ਼ਿਆਂ ਨੂੰ ਮੇਟਣ ਦੀ ਕਾਰੀ ਦਵਾਈ ਰੂਪ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਦਉ ਕਵਲ ਮਨ ਮੁਖ ਮਤ ਹੋਛੀ। ਮਨਮੁਖ ਜੀਵ ਤੇਰਾ ਹਿਰਦਾ ਰੂਪ ਕਮਲ ਬੇਮੁਖ ਰੂਪ ਮੁੱਦਾ ਹੋਇਆ ਪਿਆ ਹੈ, ਅਤੇ ਤੇਰੀ ਮਨਮੁਖਤਾਈ ਵਾਲੀ ਜੋ ਮਾਤਾ ਕਲ ਹੈ ਇਹ ਤੁਸ਼ ਹੈ। ਮਨ ਅੰਧੈ ਸਿਰ ਧੰਦਾ। ਤੂੰ ਮਨ ਕਰਕੇ ਅਗਿਆਨੀ ਹੈ ਅਤੇ ਜੰਜਾਲਾਂ ਵਿੱਚ ਹੀ ਆਪਣਾ ਸਿਰ ਦਿੱਤਾ ਹੋਇਆ ਹੈ। ਭਾਵ ਕੰਮਾਂ ਕਾਰਾਂ ਦੇ ਵਿੱਚ ਹੀ ਗਲਤਾਨ ਹੋਇਆ ਰਹਿੰਦਾ ਹੈ।
ਤੀਰੈ। ਮੌਤ ਅਤੇ ਮੌਤ ਤੋਂ ਉਲਟ ਭਾਵ ਜਨਮ ਅਰਥਾਤ ਜੰਮਣ ਮਰਨ ਦਾ ਗੀੜਾ ਹਮੇਸ਼ਾ ਤੇਰੇ ਸਿਰ ਉੱਪਰ ਬਣਿਆ ਰਹਿੰਦਾ ਹੈ। ਬਿਨ ਨਾਵੈ ਗਲ ਫੰਦਾ। ਜੋ ਪਰਮਾਤਮਾ ਦਾ ਨਾਮ ਹੈ, ਇਸ ਤੋਂ ਬਿਨਾ ਗਲ ਦੇ ਵਿੱਚ ਜਮਨ ਦਾ ਫਾਹਾ ਪੈਂਦਾ ਹੈ, ਜਾਂ ਨਾਮ ਤੋਂ ਬਿਨਾ ਹੋਣ ਕਰਕੇ ਮਾਇਆ ਦਾ, ਤ੍ਰਿਸ਼ਨਾ ਦਾ, ਅਗਿਆਨ ਹਲਕ ਦਾ ਫਾਹਾ ਜਾਂ ਇਹ ਫਾਈ ਪਈ ਰਹਿੰਦੀ ਹੈ। ਡਗਰੀ ਚਾਲ ਨੇਤਰ ਫੁਨ ਅਦੁਲੇ। ਬਿਰਧ ਅਵਸਥਾ ਦੇ ਵਿੱਚ ਜਿਹੜੀ ਤੋਰ ਹੈ ਇਹ ਡਗਮਗੀ ਭਾਵ ਡਾਮਾਡੋਲ ਹੋ ਜਾਂਦੀ ਹੈ, ਅਤੇ ਫੁਨ ਪੁਨਾ ਜਿਹੜੇ ਨੇਤਰ ਨੈਣ ਹਨ ਇਹ ਵੀ ਅਦੁਲੇ। ਅਰਥ ਤਾਂ ਅੰਦਲੇ ਦਾ ਹੈ ਪਰ ਟਿਪੀ ਹੈ ਕੋਈ ਨਹੀਂ। ਪਾਠ ਅਦੁਲੇ ਹੀ ਸਹੀ ਹੈ। ਇਹ ਨੈਣ ਵੀ ਅੰਨੇ ਜਿਹੇ ਹੋ ਜਾਂਦੇ ਹਨ। ਨੈਣੋਂ ਨੀਰ ਬਹੈ ਤਨ ਖੀਨਾ, ਅੱਖਾਂ ਵਿੱਚੋਂ ਪਾਣੀ ਵਗਣ ਲੱਗ ਪੈਂਦਾ। ਕੱਲ ਵੀ ਕਥਾ ਆਈ ਸੀ, ਨੇਤਰੀ ਧੁੰਦ ਕਰਨ ਪਈ ਬਹਿਰੇ। ਨੇਤਰਾਂ ਦੇ ਵਿੱਚ ਧੁੰਦ ਜਿਹੀ ਆ ਜਾਂਦੀ, ਧੁੰਦਲਾ ਜਿਹਾ ਦਿਖਣ ਲੱਗ ਪੈਂਦਾ। ਜਿਹੜੇ ਕੰਨ ਨੇ ਉਹ ਬੋਲੇ ਹੋ ਜਾਂਦੇ ਨੇ, ਅੱਖਾਂ ਦੇ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਹੈ। ਜੋ ਪੁਰਾਤਨ ਸਰੂਪ ਨੇ ਉਹਨਾਂ ਦੇ ਵਿੱਚ ਇਹ ਜਿਸ ਤਰ੍ਹਾਂ ਪਾਠ ਆਉਂਦਾ ਹੈ ਉਸੇ ਤਰ੍ਹਾਂ ਹੀ ਆਪਾਂ ਕੀਤਾ ਹੈ। ਅੱਜ ਕੱਲ੍ਹ ਨਵੇਂ ਸਰੂਪਾਂ ਦੇ ਵਿੱਚ ਕਈਆਂ ਜਗ੍ਹਾ 'ਤੇ ਟਿੱਪੀ ਦੇ ਵੀ ਦਰਸ਼ਨ ਹੁੰਦੇ ਨੇ ਅੰਧਲੇ, ਪਰ ਟਿੱਪੀ ਤੋਂ ਬਗੈਰ ਸਹੀ ਪਾਠ ਹੈ। ਇਸ ਲਈ ਸੋ ਅੱਖਾਂ ਦੇ ਵਿੱਚੋਂ ਪਾਣੀ ਵਗਣ ਕਰਕੇ, ਧੁੰਦਲਾ ਜਿਹਾ ਦਿਖਣ ਕਰਕੇ ਇਹ ਅੰਨਿਆਂ ਦੀ ਤਰ੍ਹਾਂ ਹੋ ਗਏ ਨੇ। ਸ਼ਬਦ ਸੁਰਤ ਨਹੀਂ ਪਾਈ। ਸ਼ਬਦ ਗੁਰ ਉਪਦੇਸ਼ ਜਾਂ ਬ੍ਰਹਮ ਦੇ ਵਿੱਚ, ਪਰ ਫਿਰ ਵੀ ਜੀਵਨ ਤਾਂ ਹੋ ਗਿਆ, ਤੇ ਇਹਨੂੰ ਗੁਰਾਂ ਦੇ ਉਪਦੇਸ਼ ਦੇ ਵਿੱਚ ਬਿਰਤੀ ਲਾਉਣੀ ਜਾਂ ਬ੍ਰਹਮ ਦੇ ਵਿੱਚ ਆਪਣੀ ਬਿਰਤੀ ਲਾਉਣੀ ਚੰਗੀ ਨਹੀਂ ਲੱਗੀ ਹੈ। ਸ਼ਾਸਤਰ ਵੇਦ ਤ੍ਰਿਗੁਣ ਹੈ ਮਾਇਆ। ਇਹ ਸ਼ਾਸਤਰ ਚਾਰ ਵੇਦ ਜਾਂ ਤਿੰਨ ਗੁਣਾਂ ਵਾਲੀ ਮਾਇਆ ਵਾਲੇ ਹਨ। ਅੰਧ ਲਾਓ ਧੰਦ ਕਮਾਈ। ਇਹਨਾਂ ਦੇ ਸਿਧਾਂਤ ਤੋਂ ਮਾਂਝਾ ਕਰਮ ਕਰਨ ਵਿੱਚ ਫਸਿਆ ਹੋਇਆ ਅੰਧਲੋ ਅਗਿਆਨੀ ਜੀਵ ਧੰਦਿਆਂ ਦੀ ਕਮਾਈ ਹੀ ਕਰੀ ਜਾਂਦਾ ਹੈ। ਹੋਇਓ ਮੂਲ ਲਾਭ ਕਹਿ ਪਾਵਸ। ਸੋ ਪਾਸ਼ਾ ਜੀ ਫਰਮਾਉਂਦੇ ਨੇ, ਦੁਰਮਤ ਗਿਆਨ ਵਿਹੂਣੇ। ਇਹ ਗਿਆਨ ਤੋਂ ਹੀਨ ਖੋਟੀ ਮਤ ਵਾਲੇ ਜੀਵ ਜਦੋਂ ਤੋਂ ਪੁੰਨ ਰੂਪੀ ਜਾਂ ਸਵਾਸਨ ਰੂਪੀ ਪੂੰਜੀ ਨੂੰ ਹੀ ਗਵਾ ਲਿਆ, ਫਿਰ ਨਾਮ ਰੂਪ ਸਰੂਪ ਰੂਪ ਲਾਭ ਕਿਤੋਂ ਪਾ ਸਕੇਗਾ, ਭਾਵ ਨਹੀਂ ਪਾ ਸਕੇਗਾ। ਸ਼ਬਦ ਵਿਚਾਰ ਰਾਮ ਰਸ ਚਾਖਿਆ। ਜਿਨ੍ਹਾਂ ਪੁਰਖਾਂ ਨੇ ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਕੇ ਪਰਮਾਤਮਾ ਦੇ ਪ੍ਰੇਮ ਰਸ ਜਾਂ ਨਾਮ ਰਸ ਨੂੰ ਚਖਿਆ, ਭਾਵ ਧਾਰਨ ਕੀਤਾ ਹੈ। ਨਾਨਕ ਸਾਚ ਪਤੀਣੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਦੇ ਮਨ ਸੱਚੇ ਪਰਮਾਤਮਾ ਦੇ ਵਿੱਚ ਪਤੀਜ ਗਏ ਹਨ। ਮਹਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਭੈਰੋਂ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਤਿਗੁਰੂ ਸਾਹਿਬ ਜੀ ਸੇਵਕ ਦੀ ਵਡਿਆਈ ਕਰਦੇ ਹਨ। ਗੁਰ ਕੈ ਸੰਗ ਰਹਿ ਦਿਨ ਰਾਤੀ। ਜੋ ਮਨੁੱਖ ਦਿਨ ਤੇ ਰਾਤ ਸਦਾ ਹੀ ਗੁਰਾਂ ਦੇ ਨਾਲ ਆਪਣਾ ਚਿੱਤ ਜੋੜ ਕੇ ਰਹਿੰਦਾ ਹੈ। ਰਾਮ ਰਸਨ ਰੰਗ ਰਾਤਾ।
ਅਤੇ ਰਸਨਾ ਜ਼ਬਾਨ ਕਰਕੇ ਰਮੰਤੀ ਸਾ ਰਾਮਾ ਪਰਮਾਤਮਾ ਦੇ ਨਾਮ ਜਪਣ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਜਿਵੇਂ ਭਾਈ ਗੋਂਦਾ ਜੀ ਸਤਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਿ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਬਹੁਤ ਸ਼ਰਧਾ ਅਤੇ ਲਗਨ ਦੇ ਨਾਲ ਸੇਵਾ ਕਰਿਆ ਕਰਦੇ ਸਨ ਅਤੇ ਹਮੇਸ਼ਾ ਸਿਮਰਨ ਦੇ ਵਿੱਚ ਲੀਨ ਰਹਿੰਦੇ ਸਨ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ ਕਿ ਤੁਹਾਡੀ ਕੱਲ ਨਾ ਥਾਈ ਪਾਈ ਹੈ, ਹੁਣ ਤੁਸੀਂ ਕਾਬਲ ਦੇ ਵਿੱਚ ਜਾ ਕੇ ਸਿੱਖ ਸੰਗਤਾਂ ਨੂੰ ਸਿੱਖੀ ਦ੍ਰਿੜ ਕਰਵਾਓ ਅਤੇ ਜੋ ਸੰਗਤਾਂ ਵੱਲੋਂ ਕਾਰ ਸੇਵਾ ਭੇਟਾ ਹੋਵੇ ਉਸ ਦੇ ਨਾਲ ਲੰਗਰ ਚਲਾਓ। ਤਹਿ ਕੀ ਜੋ ਗੁਰਕਾਰ ਅਸ਼ੇਸ਼ ਕਰੋ ਸਕੀਲਨ ਸਗਰੀ ਦੇਸ਼। ਸੰਤ ਅਤਿਤ ਸਿੱਖਿਆਨ ਚਵਾਵੋ ਗੁਰ ਕੀ ਦੇਗ ਵਿਸਾਲ ਚਲਾਵੋ। ਮਤਲਬ ਜੋ ਗੁਰੂ ਘਰ ਦੀ ਕਾਰ ਭੇਟਾ ਦਸਵੰਧ ਹੈ ਉਹ ਸਾਰੇ ਕਾਬੁਲ ਦੇਸ਼ ਵਿੱਚੋਂ ਇਕੱਤਰ ਕਰੋ। ਲੋੜਵੰਦ ਨੂੰ ਸੰਤਾਂ ਸਾਧੂਆਂ ਨੂੰ ਸਿੱਖਾਂ ਨੂੰ ਛਕਾਵੋ। ਗੁਰੂ ਕੇ ਨਾਮ ਦੇ ਗੁਰੂ ਕਾ ਲੰਗਰ ਚਲਾਵੋ। ਭਾਵੇਂ ਭਾਈ ਗੋਂਦਾ ਜੀ ਦਾ ਸਤਿਗੁਰਾਂ ਦੇ ਪਾਸੋਂ ਜਾਣ ਨੂੰ ਚਿੱਤ ਤਾਂ ਨਹੀਂ ਕਰਦਾ ਸੀਗਾ, ਪਰੰਤੂ ਸਤਿਗੁਰਾਂ ਦਾ ਬਚਨ ਮੰਨਦੇ ਹੋਏ ਸਤਿਗੁਰਾਂ ਦੇ ਚਰਨਾਂ ਪਰ ਸੀਸ ਨਿਵਾਇਆ ਅਤੇ ਆਗਿਆ ਪਾ ਕੇ ਕਾਬੁਲ ਵੱਲ ਚੱਲ ਪਏ। ਕਾਬੁਲ ਚੱਲ ਕੇ ਉਹਨਾਂ ਨੇ ਇੱਕ ਧਰਮਸ਼ਾਲਾ ਬਣਵਾਈ। ਦੋਵੇਂ ਵੇਲੇ ਸਤਸੰਗ ਹੋਣ ਲੱਗਾ ਅਤੇ ਸੰਗਤ ਵੱਲੋਂ ਭੇਟ ਕੀਤੀ ਕਾਰ ਭੇਟਾ ਨਾਲ ਲੰਗਰ ਚਲਾਉਣ ਲੱਗੇ। ਹਰ ਰੋਜ਼ ਸਤਿਗੁਰਾਂ ਦੀ ਬਾਣੀ ਪੜ੍ਹਦੇ ਅਤੇ ਸੰਗਤਾਂ ਨੂੰ ਸਰਵਣ ਕਰਾਉਂਦੇ। ਹਮੇਸ਼ਾ ਵਾਹਿਗੁਰੂ ਮੰਤਰ ਵਿੱਚ ਲੀਨ ਰਹਿੰਦੇ। ਸੁਤੇ ਹੀ ਉਹਨਾਂ ਦਾ ਧਿਆਨ ਗੁਰੂ ਚਰਨਾਂ ਨਾਲ ਜੁੜਨ ਲੱਗ ਪਿਆ। ਇੱਕ ਵਾਰ ਭਾਈ ਗੋਂਦਾ ਜੀ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ਗੁਰੂ ਚਰਨਾਂ ਦੇ ਧਿਆਨ ਵਿੱਚ ਐਸੇ ਲੀਨ ਹੋਏ ਕਿ ਧਿਆਨ ਵਿੱਚ ਹੀ ਸਤਿਗੁਰਾਂ ਦੇ ਦੋਵੇਂ ਚਰਨ ਘੁੱਟ ਕੇ ਪਕੜ ਲਏ। ਸਰੀਰ ਦਾ ਚੇਤਾ ਹੀ ਭੁੱਲ ਗਿਆ। ਧਿਆਨ ਵਿਖੇ ਗੁਰ ਕੇ ਨਿਜ ਹਾਥ ਆਪਣੇ ਮਨ ਬੁੱਧ ਰੂਪ ਹੱਥਾਂ ਦੇ ਨਾਲ ਧਿਆਨ ਦੇ ਵਿੱਚ ਹੀ ਗੁਰਾਂ ਦੇ ਚਰਨ ਪਾਦਰ ਬਿੰਦ ਗਏ ਰਤ ਸਾਥ। ਪਿਆਰ ਦੇ ਨਾਲ ਕਮਲ ਸ੍ਰੀ ਕੇ ਚਰਨ ਮਹਾਰਾਜ ਗੁਰੂ ਹਰਿ ਸਾਹਿਬ ਜੀ ਦੇ ਪਕੜ ਲਏ। ਇਹੋ ਜਿਹੇ ਫੜੇ ਇਸ ਆਨੰਦ ਮੈਂ ਲੈ ਹੋਏ ਗਇਓ। ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਇਸੇ ਆਨੰਦ ਦੇ ਵਿੱਚ ਹੀ ਲੀਨ ਹੋ ਗਏ। ਨਿਰਵਿਕਲਪ ਸਮਾਧ ਸਥਿਤ ਠਹਿਓ, ਜਿਹਦੇ ਵਿੱਚ ਕੋਈ ਸੰਕਲਪ ਵਿਕਲਪ ਵੀ ਨਾ ਫੁਰੇ। ਐਸੀ ਨਿਰਵਿਕਲਪ ਸਮਾਧੀ ਦੇ ਵਿੱਚ ਸਥਿਤ ਹੋ ਗਏ। ਇਧਰ ਸ੍ਰੀ ਕੀਰਤਪੁਰ ਸਾਹਿਬ ਕੇ ਸਤਿਗੁਰੂ ਹਰਿ ਸਾਹਿਬ ਜੀ ਅੰਮ੍ਰਿਤ ਵੇਲੇ ਸਿੰਘਾਸਨ ਤੇ ਬੈਠੇ ਸਨ। ਰਾਗੀ ਕੀਰਤਨ ਕਰ ਰਹੇ ਸਨ। ਸਤਿਗੁਰੂ ਮਹਾਰਾਜ ਜੀ ਨੇ ਮਹਿਸੂਸ ਕੀਤਾ ਕਿ ਸਾਡੇ ਪੈਰ ਕਿਸੇ ਨੇ ਘੁੱਟ ਕੇ ਫੜ ਲਏ ਨੇ। ਮਹਾਰਾਜ ਨੇ ਆਪਣੇ ਦੋਵੇਂ ਚਰਨ ਇਕੱਠੇ ਕਰ ਲਏ ਔਰ ਅਹਿਲ ਅਡੋਲ ਅਵਸਥਾ ਦੇ ਵਿੱਚ ਬੈਠੇ ਰਹੇ। ਸਤਿਗੁਰੂ ਮਹਾਰਾਜ ਜੀ ਨੇ ਆਪਣਾ ਕੋਈ ਵੀ ਚਰਨ ਨਾ ਹਿਲਾਇਆ। ਦੋ ਪੈਰ ਦਿਨ ਬਤੀਤ ਹੋ ਗਿਆ। ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਲੰਗਰ ਤਿਆਰ ਹੈ, ਪਰੰਤੂ ਗੁਰੂ ਜੀ ਕੁਝ ਨਾ ਬੋਲੇ। ਸਾਰੇ ਸਿੱਖ ਹੈਰਾਨ ਸਨ, ਪਰੰਤੂ ਇਸ ਪ੍ਰੇਮ ਦੀ ਖੇਡ ਨੂੰ ਕੌਣ ਸਮਝ ਸਕਦਾ ਸੀ। ਦੋ ਵਾਰ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਕੀਤੀ ਕਿ हे ਸਤਿਗੁਰੂ ਜੀ ਲੰਗਰ ਠੰਡਾ ਹੋ ਚੁੱਕਾ ਹੈ, ਆਪ ਜੀ ਤੋਂ ਬਿਨਾਂ ਕਿਸੇ ਨੇ ਵੀ ਲੰਗਰ ਨਹੀਂ ਛਕਣਾ। ਸਤਿਗੁਰੂ ਜੀ ਫਿਰ ਵੀ ਚੁੱਪ ਰਹੇ ਅਤੇ ਅਡੋਲ ਬੈਠੇ ਰਹੇ। ਅਖੀਰ ਜਦੋਂ ਦੋ ਕੁ ਘੜੀਆਂ ਦਿਨ ਬਾਕੀ ਰਹਿ ਗਿਆ ਤਾਂ ਸਤਿਗੁਰੂ ਜੀ ਨੇ ਨੇਤਰ ਖੋਲ੍ਹੇ ਅਤੇ ਆਪਣੇ ਪਾਵਨ ਚਰਨ ਹਿਲਾਏ। ਸੰਗਤਾਂ ਨੇ ਬੜੀ ਹੈਰਾਨੀ ਨਾਲ ਸਤਿਗੁਰੂ ਜੀ ਤੋਂ ਇਸ ਤਰ੍ਹਾਂ ਅਡੋਲ ਬੈਠੇ ਰਹਿਣ ਦਾ ਕਾਰਨ ਪੁੱਛਿਆ।
तदों सतगुरु जी ने दसिया कि काबुल में है गोंदा सिख रहे। ये गुरमुखो, काबुल दे विच एक भाई गोंदा नाम दा सिख रहिंदा है। धरे ध्यान दोनों पद गए। उन्हें ध्यान धार के मेरे दोवें ही चरण पकड़ ले। किस विध तिसते चरण छुड़ावो, किस तरीके दे नाल मैं उहदे तो आपदे चरण छुड़ावां। बिना छुटे किम लंगर जावो, जे चरणों छड्डदा तां ही मैं लंगर विच जांदा, चरण छड्डे तो बिना मैं लंगर विच किवें जावां। रहे हो उਡੀकत शोर है मोही, मैं उਡੀकदा रहा कि वह मेरे चरण छड्डदा है। दृढ़ गह राखियो त्याग ना होही, पर उन्हें एहो जे पक्के करके पकड़े कि छड्डे ही नहीं। जब संध्या हुई दिन गयो, जिस वक्त संध्या हुई ते दिन बतीत हो गया। तब गोंदा जागत भयो, तदों भाई गोंदा जी उठ खलोते। हे गुरसिखो, भाई गोंदे ने ध्यान दे विच साडे चरनां नूं फड़ के सानू सारा दिन बिठाई रखिया। फिर शामां पईयां तो सतगुरु जी लंगर विच गए, लंगर वरतिया। ये सुन के संगतां आपू विच कहण कि धन गुरु ते धन सिखे। कुछ समय बाद जद भाई गोंदा जी काबुल की संगत लैके सतगुरां दी दर्शन लई श्री कीरतपुर साहिब आए, तां उतों दे सियाणे सिखा ने भाई गोंदा जी दे नाल आए सिखां तो वो दिन, वो तरीक, उस दिन का कारण पुछिया भी किवें काबुल का हाल रहा। तो काबुल दीयां संगतां ने भी दसिया कि ठीक उस दिन भाई गोंदा जी भी काबुल दे विच सारा दिन समाधि विच लीन होके बैठे रहे सन। सुन तो यह देश के सब करतांत, बिस्मय हुए लख सिद्धांत। दोनों पासियां दे सिद्धांत साखी सुन के गुरसिख सिद्धांत वाला वचन जान के, प्रेम की खेड जान के बहुत हैरान हुए, आश्चर्य हुए। हैरान होईदा है दुख दे विच। मान लो कोई एक्सीडेंट हो गया, कोई हैपन, कोई दुर्घटना हो गई, तो बंदा डौर भौरा जिहा वेखी जांदा, उहनूं कहंदे हैरान। जिहड़ी बिस्माद वाली अवस्था है, बिस्म होईदा, वो प्यार विच होईदा है। विस्माद नाद, विस्माद वेद, विस्माद जी विस्माद भेद, विस्माद रो विस्माद रंग, विस्माद नागे फिरै जन। विस्मादता वाली अवस्था प्यार दी है। इयों संगतां ने दसिया कि उस दिन भाई गोंदा जी भी काबुल में सारा दिन समाधि च लीन होए बैठे रहे। ये सुन के सतगुरु महिमा महान ने, सतगुरु दी महिमा वडियाई महान तो महान गुरसिखा ने मनी। क्या अल्पक जीव हम जाने, कहते असी तुछ जीव की जानिए कि गुरु जी क्यों बैठे सन। भाई गोंदे की वडियाई भाई अदक श्री मुख ते गाई। भाई गोंदा साहब जी की वडियाई बहुत भारी उस कीरतपुर साहब गुरु जी की हजूरी विच होई, जो कि सतगुरां ने खुद आप गौना की। इसलिए महाराज सेवक दी वडियाई कथन करदे ने। गुर का संग रहै दिन राती, जो मनुख दिन रात गुरु दे नाल अपना चित जोड़ के रहिंदा है, या गुरु नूं अंग संग जानदा है। गुर मेरा संग सदा है नाले, सिमर सिमर ते सदा संभाले। राम रसन रंग राता, जीबा करके राम परमात्मा दे नाम जपण दे रंग प्रेम दे विच हमेशा
ਰੰਗਿਆ ਰਹਿੰਦਾ ਹੈ। ਅਵਰ ਨ ਜਾਣਸ ਸ਼ਬਦ ਪਛਾਣਸ। ਜੋ ਹੋਰ ਦਵੈਤ ਵਾਲੀ ਗੱਲ ਨੂੰ ਨਹੀਂ ਜਾਣਦਾ, ਗੁਰਾਂ ਦੇ ਉਪਦੇਸ਼ ਨੂੰ ਹੀ ਆਪਣਾ ਆਸਰਾ ਪਹਿਚਾਣਦਾ ਹੈ। ਅੰਤਰ ਜਾਣ ਪਛਾਤਾ। ਅਤੇ ਆਪਣੇ ਹਿਰਦੇ ਵਿੱਚ ਗਿਆਨ ਸਰੂਪ ਨੂੰ ਜਾਣ ਕੇ ਉਸਨੇ ਪਹਿਚਾਣਿਆ ਹੈ, ਜਾਂ ਅੰਦਰ ਪਰਤਕ ਚੇਤਨ ਨੂੰ ਅਦਵੈਤ ਆਨੰਦ ਸਮਝ ਕੇ ਭੇਦ ਅਭੇਦ ਤੋਂ ਰਹਿਤ ਆਪਣਾ ਸਾਖੀ ਰੂਪ ਬ੍ਰਹਮ ਪਹਿਚਾਨ ਲਿਆ ਹੈ। ਸੋ ਜਨ ਐਸਾ ਮੈਂ ਮਨ ਭਾਵੈ। ਉਹ ਅਜਿਹਾ ਦਾਸ ਮੇਰੇ ਮਨ ਮੇਰੇ ਹਿਰਦੇ ਵਿੱਚ ਪਾਉਂਦਾ ਹੈ। ਆਪ ਮਾਰ ਅਪਰੰਪਰ ਰਾਤਾ। ਜੋ ਆਪਾ ਭਾਵ ਹੰਕਾਰ ਨਿਵਰਤ ਕਰਕੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗਿਆ ਰਹਿੰਦਾ ਹੈ। ਗੁਰ ਕੀ ਕਾਰ ਕਮਾਵੈ। ਅਤੇ ਗੁਰਾਂ ਦੀ ਦਸੀ ਹੋਈ ਕਾਰ ਸੇਵਾ ਕਮਾਉਣਾ ਕਰਦਾ ਹੈ। ਪ੍ਰੇਮ ਦੇ ਵਿੱਚ ਰੰਗਿਆ ਹੋਇਆ ਹਮੇਸ਼ਾ ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਬਾਣੀ ਵਿਸ਼ਰਾਮ ਦੇ ਕੇ ਪੁਰਮਾਨ ਕਰਦੇ ਨੇ। ਅੰਤਰ ਬਾਹਰ ਪੁਰਖ ਨਿਰੰਜਨ। ਜੋ ਮਨੁੱਖ ਪਰਮਾਤਮਾ ਨੂੰ ਸਰੀਰ ਦੇ ਅੰਦਰ ਵੀ ਮਤਲਬ ਸਾਖੀ ਰੂਪ ਜਾਣਦਾ ਅਤੇ ਬਾਹਰ ਬ੍ਰਹਿਮੰਡ ਦਾ ਪ੍ਰਕਾਸ਼ਕ ਸਭ ਥਾਈਂ ਪਰਿਪੂਰਨ ਨਿਰੰਜਨ ਸ਼ੁੱਧ ਸਰੂਪ ਇਹ ਜਾਣ ਲੈਂਦਾ ਹੈ। ਆਦਿ ਪੁਰਖ ਆਦਿਸੋ। ਅਤੇ ਜੋ ਮਨੁੱਖ ਮੁੱਢ ਸਰੂਪ ਪਰਮਾਤਮਾ ਨੂੰ ਪੁਰਸ਼ਾਰਥ ਦੇਣ ਵਾਲਾ ਜਾਣ ਕੇ ਹਮੇਸ਼ਾ ਨਮਸਕਾਰ ਕਰਦਾ ਅਤੇ ਐਸਾ ਨਿਸ਼ਚਾ ਕਰਦਾ ਹੈ ਕਿ ਘਟ ਘਟ ਅੰਤਰ ਸਰਬ ਨਿਰੰਤਰ। ਉਹ ਪਰਮਾਤਮਾ ਸਰੀਰਾਂ ਹਿਰਦਿਆਂ ਦੇ ਵਿੱਚ ਸਭ ਥਾਵਾਂ ਵਿੱਚ ਇੱਕ ਰਸ ਵਿਆਪਕ ਹੈ, ਜਾਂ ਚੌਹਾਂ ਖਾਣੀਆਂ ਦੇ ਘਾਟਾ ਘਟਾਂ ਦੇ ਵਿੱਚ ਉਹ ਅੰਤਰ ਫਰਕ ਹੈ। ਪਰ ਉਹ ਪ੍ਰਭੂ ਇਹਨਾਂ ਦੀ ਅੰਤਰੇ ਤੋਂ ਰਹਿਤ ਸਾਰਿਆਂ ਦੇ ਵਿੱਚ ਇੱਕ ਰਸ ਵਸ ਰਿਹਾ ਹੈ। ਰਵ ਰਹਿਆ ਸੱਚ ਵੇਸੋ। ਉਸ ਦਾ ਸੱਚਾ ਵੇਸੋ ਸਰੂਪ ਅਤੇ ਸਾਰੀਆਂ ਥਾਵਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਸਾਚ ਰਤੇ ਸੱਚ ਅੰਮ੍ਰਿਤ ਜੀਵਾ। ਜੋ ਮਨ ਕਰਕੇ ਸੱਚੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਰੰਗੇ ਹੋਏ ਨੇ ਅਤੇ ਰਸਨਾ ਦੁਆਰਾ ਵੀ ਸੱਚੇ ਨਾਮ ਅੰਮ੍ਰਿਤ ਨੂੰ ਪੀਂਦੇ ਹਨ। ਮਿਥਿਆ ਮੈਲ ਨਾ ਰਾਈ। ਉਹਨਾਂ ਨੂੰ ਝੂਠੇ ਪਦਾਰਥਾਂ ਦੀ ਰੱਤੀ ਮਾਤਰ, ਤਨਕ ਮਾਤਰ ਵੀ, ਰਾਈ ਮਾਤਰ ਵੀ ਮਲੀਨਦਾ ਹੀ ਨਹੀਂ ਰਹਿੰਦੀ ਹੈ। ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ। ਉਹਨਾਂ ਨੂੰ ਉਜਲ ਕਰਨ ਵਾਲਾ ਪਰਮਾਤਮਾ ਦਾ ਅੰਮ੍ਰਿਤ ਰੂਪ ਨਾਮ ਰਸ ਪ੍ਰਾਪਤ ਹੋਇਆ ਹੈ ਤੇ ਉਹਨਾਂ ਨੇ ਧਾਰਨ ਕਰਕੇ ਪ੍ਰੀਤੀ ਰੂਪ ਰਸਨਾ ਦੇ ਨਾਲ ਚਖਣਾ ਕੀਤਾ ਹੈ। ਇਸੇ ਪ੍ਰਕਾਰ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ। ਉਜਲ ਨਾਮ ਦੁਆਰਾ ਬ੍ਰਹਮਾਨੰਦ ਰੂਪ ਰਸ ਉਹਨਾਂ ਨੇ ਚਖਣਾ ਕੀਤਾ ਹੈ। ਸ਼ਬਦ ਰਤੇ ਪਤ ਪਾਈ। ਉਹਨਾਂ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਰੰਗੇ ਹੋਇਆਂ ਨੇ ਲੋਕ ਪਰਲੋਕ ਦੇ ਵਿੱਚ ਇੱਜ਼ਤ ਪਾਉਣਾ ਕੀਤੀ ਹੈ, ਜਾਂ ਪਤੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਗੁਣੀ ਗੁਣੀ ਮਿਲ ਲਾਹਾ ਪਾਵਸ। ਗੁਣਵਾਨ ਸਤਿਗੁਰਾਂ ਦੇ ਨਾਲ ਸ਼ਰਧਾ ਦੇ ਗੁਣਾਂ ਵਾਲੇ ਜਗਿਆਸੂ ਮਿਲ ਕਰਕੇ ਬ੍ਰਹਮਾਨੰਦ ਦੀ ਪ੍ਰਾਪਤੀ ਦਾ
ਲਾਭ ਪਾਉਂਦੇ ਹਨ। ਗੁਰਮੁਖ ਨਾਮ ਵਡਾਈ, ਉਹ ਗੁਰਮੁਖ ਨਾਮ ਕਰਕੇ ਜਾਂ ਨਾਮੀ ਪਰਮਾਤਮਾ ਨੂੰ ਪਾਉਣ ਰੂਪ ਵਡਿਆਈ ਪ੍ਰਾਪਤ ਕਰਦੇ ਹਨ। ਸਗਲੇ ਦੁਖ ਮਿਟਹਿ ਗੁਰ ਸੇਵਾ। ਇਸ ਪ੍ਰਕਾਰ ਗੁਰਾਂ ਦੀ ਟਹਿਲ ਕਰਕੇ ਉਹਨਾਂ ਸੇਵਕਾਂ ਦੇ ਸਾਰੇ ਦੁੱਖ ਕਸ਼ਟ ਮਿਟ ਜਾਂਦੇ ਨੇ। ਨਾਨਕ ਨਾਮ ਸਖਾਈ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪ੍ਰਭੂ ਦਾ ਨਾਮ ਉਹਨਾਂ ਦਾ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ। ਭੈਰੋ ਮਹਲਾ ਪਹਿਲਾ। ਭੈਰੋਂ ਰਾਗ ਦੇ ਵਿੱਚ ਸਤਿਗੁਰੂ ਪਹਿਲੇ ਪਾਤਸ਼ਾਹ ਜੀ ਆਪਣੇ ਮਨ ਦੇ ਪਰਥਾਏ ਸਭ ਜੀਵਾਂ ਨੂੰ ਪਰਮਾਤਮਾ ਦੀ ਭਗਤੀ ਦਾ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਇਹ ਪਾਵਨ ਸ਼ਬਦ ਵਿਚਾਰ ਰਹੇ ਨੇ। ਹਿਰਦੈ ਨਾਮ ਸਰਬ ਧਨ ਧਾਰਣ, ਮਨ ਵਿੱਚ ਸਾਰਿਆਂ ਨੂੰ ਆਸਰਾ ਦੇਣ ਵਾਲੇ ਪਰਮਾਤਮਾ ਦਾ ਨਾਮ ਰੂਪ ਧਨ। ਗੁਰ ਪ੍ਰਸਾਦੀ ਪਾਈਐ, ਗੁਰਾਂ ਦੀ ਕਿਰਪਾ ਦੁਆਰਾ ਪਾਉਣਾ ਕਰੀਦਾ ਹੈ। ਅਮਰ ਪਦਾਰਥ ਤੇ ਕਿਰਤਾਰਥ, ਜਿਨ੍ਹਾਂ ਨੇ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰੂਪ ਪਦਾਰਥ ਪਾਇਆ ਹੈ ਉਹ ਕ੍ਰਿਤ ਕ੍ਰਿਤ ਨਿਹਾਲ ਹੋ ਗਏ ਹਨ। ਸਹਿਜ ਧਿਆਨ ਲਿਵ ਲਾਈਐ, ਇਸ ਲਈ ਹੇ ਭਾਈ ਸ਼ਾਂਤ ਸਰੂਪ ਪਰਮਾਤਮਾ ਦੇ ਧਿਆਨ ਦੇ ਵਿੱਚ ਬਿਰਤੀ ਲਾਉਣਾ ਕਰੀਏ। ਮਨ ਦੇ ਹੇ ਮੇਰਿਆ ਮਨਾ ਰਾਮ ਭਗਤ ਚਿਤ ਲਾਈਐ, ਪਰਮਾਤਮਾ ਦੀ ਭਗਤੀ ਦੇ ਵਿੱਚ ਆਪਣੇ ਚਿੱਤ ਨੂੰ, ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ ਲਾਉਣਾ ਕਰੀਏ। ਗੁਰਮੁਖ ਰਾਮ ਨਾਮ ਜਪ ਹਿਰਦੈ, ਮੁਖੀ ਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਹਿਰਦੇ ਅੰਤःਕਰਨ ਵਿੱਚ ਰਾਮ ਪਰਮਾਤਮਾ ਦਾ ਨਾਮ ਜਪਣਾ ਕਰੀਏ। ਸਹਿਜ ਸੇਤੀ ਘਰ ਜਾਈਐ, ਇਸ ਪ੍ਰਕਾਰ ਗਿਆਨ ਦੇ ਨਾਲ ਸਰੂਪ ਰੂਪੀ ਘਰ ਦੇ ਵੀ ਜਾਣਾ ਕਰੀਏ ਜਾਂ ਸ਼ਾਂਤੀ ਪੂਰਵਕ ਸੱਚਖੰਡ ਰੂਪੀ ਘਰ ਦੇ ਵਿੱਚ ਜਾਣਾ ਕਰੀਏ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪਰਮ ਭੇਦ ਭਾਉ ਕਬਹੁ ਨਾ ਛੂਟਸ, ਪਰਮਾਤਮਾ ਦੀ ਪ੍ਰੀਤੀ ਤੋਂ ਬਿਨਾਂ 5 ਪ੍ਰਕਾਰ ਦਾ ਭਰਮ, 5 ਪ੍ਰਕਾਰ ਦਾ ਭੇਦ, 7 ਪ੍ਰਕਾਰ ਦਾ ਡਰ ਇਹ ਕਦੇ ਵੀ ਛੁੱਟਦਾ ਨਹੀਂ ਹੈ। ਆਵਤ ਜਾਤ ਨਾ ਜਾਣੀ, ਅਤੇ ਆਉਣ ਜਾਣ ਭਾਵ ਜੰਮਣ ਮਰਨ ਦੀ ਗਿਣਤੀ ਵੀ ਨਹੀਂ ਜਾਣੀ ਜਾਂਦੀ। ਜਾਂ ਮਨੁੱਖ ਆਉਂਦਾ ਜਾਂਦਾ ਰਹਿੰਦਾ ਹੈ ਪਰ ਉਸਨੇ ਪਰਮਾਤਮਾ ਦੀ ਭਗਤੀ ਨਹੀਂ ਜਾਣੀ। ਬਿਨ ਹਰ ਨਾਮ ਕੋ ਮੁਕਤ ਨਾ ਪਾਵਸ, ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਮੁਕਤੀ ਨਹੀਂ ਪਾ ਸਕਦਾ। ਡੂਬ ਮੋਏ ਬਿਨ ਪਾਨੀ, ਨਾਮ ਤੋਂ ਹੀਣੇ ਮਨੁੱਖ ਤਾਂ ਪ੍ਰਤੱਖ ਪਾਣੀ ਤੋਂ ਬਗੈਰ ਹੀ ਪਦਾਰਥਾਂ ਰੂਪੀ ਪਾਣੀ ਵਿੱਚ ਡੁੱਬ ਕੇ ਮਰ ਗਏ ਹਨ। ਧੰਦਾ ਕਰਤ ਸਗਲੀ ਬਾਤ ਖੋਵਸ, ਉਹ ਸੰਸਾਰਿਕ ਕਾਰੂ ਵਿਹਾਰ ਕਰਦੇ ਹੋਏ ਆਪਣੀ ਸਾਰੀ ਇੱਜ਼ਤ ਗਵਾ ਲੈਂਦੇ ਨੇ। ਭਰਮ ਨਾ ਮਿਟਸ ਗਵਾਰਾ, ਮੂਰਖਾਂ ਉਹਨਾਂ ਦਾ ਕਦੇ ਵੀ ਸਰੂਪ ਦਾ ਭਰਮ ਨਹੀਂ ਮਿਟਦਾ। ਬਿਨ ਗੁਰ ਸ਼ਬਦ ਮੁਕਤ ਨਹੀਂ ਕਪਹੀ, ਸਤਿਗੁਰਾਂ ਦੇ ਉਪਦੇਸ਼ ਦੀ ਕਮਾਈ ਤੋਂ ਬਿਨਾਂ ਕਦੇ ਵੀ ਮੁਕਤੀ ਨਹੀਂ ਪ੍ਰਾਪਤ ਹੋ ਸਕਦੀ। ਅੰਦਲੀ ਧੰਦ ਪਸਾਰਾ, ਅਗਿਆਨੀ ਜੀਵ ਕਾਰੂ ਵਿਹਾਰਾਂ ਦੇ ਪਸਾਰੇ ਵਿੱਚ ਹਮੇਸ਼ਾ ਹੀ ਖਿਲਰੇ ਰਹਿੰਦੇ ਨੇ, ਪਸਰੇ ਰਹਿੰਦੇ ਹਨ। ਅਕੁਲ
ਨਿਰੰਜਨ ਸਿਓ ਮਨ ਮਾਨਿਆ। ਜਿਨ੍ਹਾਂ ਦਾ ਕੁਲਾਂ ਤੋਂ ਰਹਿਤ ਤੇ ਸ਼ੁੱਧ ਸਰੂਪ ਪਰਮਾਤਮਾ ਦੇ ਨਾਲ ਮਨ ਮੰਨ ਗਿਆ ਹੈ। ਮਨ ਹੀ ਤੇ ਮਨ ਮੂਆ। ਉਹਨਾਂ ਦਾ ਮਨ ਗੁਰਾਂ ਦੇ ਮੰਤਰ ਤੋਂ ਹੀ ਮੰਦੇ ਸੁਭਾਅ ਵੱਲੋਂ ਮਰ ਗਿਆ ਹੈ, ਜਾਂ ਮਨ ਸ਼੍ਰੋਮਣੀ ਪ੍ਰਭੂ ਦਾ ਨਿਸ਼ਚੈ ਕਰਕੇ ਹੀ ਮਨ ਦਾ ਮੰਦਾ ਸੁਭਾਅ ਮਰਿਆ ਹੈ। ਅੰਤਰ ਬਾਹਰ ਏਕੋ ਜਾਣਿਆ। ਉਹਨਾਂ ਨੇ ਹੀ ਸਰੀਰ ਦੇ ਅੰਦਰ ਵਿੱਚ ਅਤੇ ਬਾਹਰ ਬ੍ਰਹਿਮੰਡ ਵਿੱਚ ਅਦੁੱਤੀ ਪਰਮਾਤਮਾ ਨੂੰ ਵਿਆਪਕ ਜਾਣਿਆ ਹੈ। ਨਾਨਕ ਅਵਰ ਨਾ ਦੁਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਹਨਾਂ ਨੂੰ ਹੋਰ ਕੋਈ ਦੂਜਾ ਪ੍ਰਤੀਤ ਨਹੀਂ ਹੁੰਦਾ, ਕੋਈ ਦੂਜਾ ਹੋਏ ਸੋ ਅਵਰੋ ਕਹੀਐ। ਭੈਰੋ ਮਹਲਾ ਪਹਿਲਾ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਭੈਰੋ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਸਿਮਰਨ ਤੋਂ ਬਿਨਾਂ ਨਿਰੇ ਸਾਧਨਾ ਦੀ ਨਿਸ਼ਫਲਤਾ ਦੱਸਦੇ ਹੋਏ ਸਕਾਮ ਕਰਮਾਂ ਵਿੱਚ ਲੱਗੇ ਹੋਏ ਜੀਵਾਂ ਨੂੰ ਸ਼ੁਭ ਉਪਦੇਸ਼ ਬਖਸ਼ਦੇ ਨੇ। ਜਿਵੇਂ ਜੀਰਵਾਂ ਸਿਫਰਾਂ ਜਿੰਨੀਆਂ ਮਰਜ਼ੀ ਲਾਈ ਜਾਈਏ, ਪਰ ਜੇ ਏਕਾ ਨਾ ਲਾਈਏ ਤਾਂ ਕੋਈ ਕੀਮਤ ਨਹੀਂ। ਜੇ ਏਕਾ ਲਾ ਦਈਏ, ਇੱਕ ਇੱਕ ਸਿਫਰ ਦੀ ਕੀਮਤ 10-10 ਗੁਣਾ ਵੱਧਦੀ ਜਾਂਦੀ ਹੈ। ਸਿਫਰ ਦੀ ਕੀਮਤ ਵੀ 10 ਗੁਣਾ ਵੱਧ ਜਾਂਦੀ। ਗੱਲ ਹੈ ਏਕੇ ਦੀ। ਇਉਂ ਸਿਫਰਾਂ ਦੀ ਤਰ੍ਹਾਂ ਜਿੰਨੇ ਮਰਜ਼ੀ ਸਾਧਨ ਕਰਦੇ ਰਹੀਏ, ਪਰ ਉਹਨਾਂ ਦੀ ਆਪਣੇ ਆਪ ਕੋਈ ਕੀਮਤ ਨਹੀਂ ਹੈ। ਜੇ ਏਕੇ ਦੀ ਤਰ੍ਹਾਂ ਇੱਕ ਓੰਕਾਰ ਸਤਨਾਮ ਆਦਿਕ ਮੂਲ ਮੰਤਰ ਪੜ੍ਹ ਲਈਏ, ਕਿਸੇ ਵੀ ਸ਼ਬਦ ਦਾ ਜਾਪ ਕਰਨਾ ਹੈ ਤਾਂ ਮੂਲ ਮੰਤਰ ਵਾਹਿਗੁਰੂ ਮੰਤਰ ਜ਼ਰੂਰੀ ਲਾਉਣਾ ਹੈ। ਸੰਬੜ ਪਾਠ ਕਰਨ ਲੱਗਿਆ ਵੀ ਮੂਲ ਮੰਤਰ ਗੁਰ ਮੰਤਰ ਲਾਜ਼ਮੀ ਪੜ੍ਹੀਦਾ। ਇਉਂ ਏਕੇ ਦੀ ਤਰ੍ਹਾਂ ਵਾਹਿਗੁਰੂ ਨਾਮ ਪੜ੍ਹੀਏ ਤਾਂ ਜਿਹੜੇ ਕਰਮ ਧਰਮ ਨੇ ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ। ਜੋ ਬੋਲਿਆ ਹੈ ਹਰ 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 ਰਾਮ ਨਾਮ ਹਰ ਸਤਿ। ਜਿਹੜੇ ਮਹਾਰਾਜ ਦੇ ਰਾਮ ਨਾਮ ਨੂੰ ਬੋਲਦੇ ਨੇ ਪੜ੍ਹਦੇ ਨੇ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਤਿ। ਹਰੀ ਪਰਮਾਤਮਾ ਦੇ ਰਾਮ ਨਾਮ ਨੂੰ ਸੱਚੇ ਬਚਨਾਂ ਨੂੰ ਸੱਚੇ ਨਾਮ ਨੂੰ ਬੋਲਣ ਦੇ ਨਾਲ ਕਰਮ ਧਰਮ ਆਦਿਕ ਸਭ ਪਵਿੱਤਰ ਹੋ ਜਾਂਦੇ ਨੇ। ਉਹ ਨਿਦਾਨ ਜਪ ਤਪ ਜੇਤੇ ਸਭ ਉਪਰ ਨਾਮ। ਜਿਨੇ ਦਾਨ ਨੇ ਪੁੰਨ ਨੇ ਸਭਨਾਂ ਤੋਂ ਉੱਪਰ ਪਰਮੇਸ਼ਰ ਦਾ ਨਾਮ ਹੈ। ਸੋ ਜਿਵੇਂ ਬਰਾਤ ਭਾਵੇਂ 100 ਗੱਡੀ ਲੈ ਜਾਓ, ਜੇ ਲਾੜਾ ਹੀ ਨਹੀਂ ਹੈ, ਲਾੜੇ ਵਾਲੀ ਗੱਡੀ ਕਿੱਥੇ ਰਹਿ ਗਈ ਜੀ? ਉਹ ਤਾਂ ਪਿੱਛੇ ਰਹਿ ਗਈ। ਕੋਈ ਵੀ ਅੱਗੇ ਢੁਕਾ ਨਹੀਂ ਕਰ ਸਕਦਾ। ਲਾੜਾ ਅੱਗੇ ਲੱਗੂਗਾ ਤਾਂ ਬਰਾਤ ਦਾ ਚਾਹ ਪਾਣੀ ਚੱਲੂਗਾ। ਲਾੜੇ ਤੋਂ ਬਗੈਰ ਬਰਾਤ ਕਾਹਦੀ? ਅਗਲੇ ਕਹਿਣਗੇ ਲਾੜਾ ਤਾਂ ਆਇਆ ਹੀ ਨਹੀਂ। ਸੋ ਲਾੜੇ ਦੀ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਹੈ। ਜਿੰਨੇ ਕਰਮ ਧਰਮ ਨੇ ਇਹ ਬਰਾਤੀਆਂ ਦੀ ਤਰ੍ਹਾਂ ਨੇ। ਇਹਨਾਂ ਦੀ ਸੋਭਾ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਹੈ। ਇਸ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਉਪਦੇਸ਼ ਬਖਸ਼ਦੇ ਨੇ। ਜਗਨ ਹੋਮ ਪੁੰਨ ਤਪ ਪੂਜਾ। ਯੱਗ ਕਰਨੇ, ਹਵਨ ਕਰਨੇ, ਪੁੰਨ ਸ਼ੁਭ ਸਮੇਂ ਪੁੰਨ ਕਰਨੇ, ਦਾਨ ਆਮ ਦਿਨਾਂ ਵਿੱਚ ਦਾਨ ਕਰਨਾ, ਅਤੇ ਤਪੱਸਿਆ ਆਦਿਕ ਪੂਜਾ ਆਦਿਕ ਬਾਹਰੀ ਸਾਧਨ ਕਰਨ ਦੇ ਨਾਲ ਦੇਹ ਦੁਖੀ ਨਿਤ ਦੁਖ ਸਹੈ। ਇਹ ਸਾਧਨ ਕਰਨ ਨਾਲ ਦੇਹ ਜੋ ਕਾਇਆ ਹੈ ਦੁੱਖ ਦੇ ਸਹਿਤ ਹੀ ਰਹਿੰਦੀ ਹੈ, ਅਤੇ ਨਿਤ ਪ੍ਰਤੀ ਦੁੱਖ ਹੀ ਸਹਾਰਦੀ ਹੈ। ਰਾਮ ਨਾਮ ਬਿਨ ਮੁਕਤ ਨਾ ਪਾਵਸ। ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਵੀ ਮੁਕਤੀ ਕਲਿਆਣ ਨਹੀਂ ਪਾ ਸਕਦਾ। ਮੁਕਤ ਨਾਮ ਗੁਰਮੁਖ ਲਹੈ। ਪਰਮਾਤਮਾ ਦੇ ਨਾਮ ਕਰਕੇ ਹੀ ਕਲਿਆਣ ਦੀ ਪ੍ਰਾਪਤੀ ਹੋਣੀ ਹੈ। ਉਹ ਨਾਮ ਮੁਖੀ ਗੁਰਾਂ ਦੁਆਰਾ ਪ੍ਰਾਪਤ ਕਰੀਦਾ ਹੈ। ਰਾਮ ਨਾਮ ਬਿਨ
ਬਿਰਥੇ ਜਗ ਜਨਮਾ। ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਵਿੱਚ ਮਨੁੱਖਾ ਜਨਮ ਨਿਸਫਲ ਹੀ ਹੈ। ਬਿਖ ਖਾਵੈ ਬਿਖ ਬੋਲੀ ਬੋਲੇ। ਉਹ ਜੀਵ ਜ਼ਹਿਰ ਰੂਪ ਮਾਇਆ ਨੂੰ ਵਿਸ਼ਿਆ ਭੋਗਣ ਰੂਪ ਨੂੰ ਖਾਂਦਾ ਹੈ ਅਤੇ ਜ਼ਹਿਰ ਰੂਪ ਕੌੜੀ ਵਿਸ਼ਿਆਂ ਵਾਲੀ ਬੋਲੀ ਬੋਲਦਾ ਹੈ। ਬਿਨ ਨਾਵੈ ਨਿਫਲ ਮਰ ਭ੍ਰਮ ਨਾ। ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦਾ ਜਨਮ ਵਿਅਰਥ ਹੈ ਤੇ ਉਸਨੇ ਮਰ ਕੇ ਵੀ ਜੂਨਾਂ ਦੇ ਵਿੱਚ ਹੀ ਭਟਕਣਾ ਹੁੰਦਾ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਪੁਸਤਕ ਪਾਠ ਵਿਆਕਰਣ ਵਖਾਣੈ। ਜੀਵ ਅਨੇਕਾਂ ਪੁਸਤਕਾਂ ਦਾ ਪਾਠ ਪਠਨ ਭਾਵ ਪੜ੍ਹਨਾ ਕਰਦਾ, ਵਿਆਕਰਨ ਆਦਿਕ ਕਥਨ ਕਰਦਾ ਹੈ। ਸੰਧਿਆ ਕਰਮ ਤੇ ਕਾਲ ਕਰੈ। ਅਤੇ ਤਿੰਨ ਗੱਲ ਸੰਧਿਆ ਆਦਿ ਕਰਮਾਂ ਨੂੰ ਕਰਦਾ ਹੈ ਜਾਂ ਤਿੰਨ ਪਦਾਂ ਵਾਲੀ ਗਾਇਤਰੀ ਆਦਿਕ ਦਾ ਉਚਾਰਨ ਕਰਦਾ ਹੈ। ਬਿਨ ਗੁਰ ਸ਼ਬਦ ਮੁਕਤ ਕਹਾ ਪ੍ਰਾਣੀ। ਪਰ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਏ ਤੋਂ ਬਿਨਾ ਪ੍ਰਾਣਾਧਾਰੀ ਜੀਵ ਕਿਤੇ ਕਲਿਆਣ ਨੂੰ ਪ੍ਰਾਪਤ ਹੋ ਸਕਦਾ, ਭਾਵ ਮੁਕਤ ਨਹੀਂ ਹੋ ਸਕਦਾ ਹੈ। ਰਾਮ ਨਾਮ ਬਿਨ ਉਰਜ ਮਰੈ। ਪਰਮਾਤਮਾ ਦੇ ਨਾਮ ਤੋਂ ਬਗੈਰ ਜੀਵ ਕਰਮ ਕਾਂਡਾਂ ਦੀਆਂ ਹੰਗਤਾਂ ਵਿੱਚ ਫਸ ਕੇ ਮਰ ਜਾਂਦਾ ਹੈ। ਡੰਡ ਕਮੰਡਲ ਸਿਖਾ ਸੂਤ ਧੋਤੀ। ਜੀਵ ਜੋਗੀ ਬਣ ਕੇ ਡੰਡ ਕਮੰਡਲ ਮੋਢੇ ਪਾਰ, ਜੋਗ ਨਹੀਂ ਹੈ ਕਰਮਾਂ ਦੀ ਮਾਰ। ਨਾਰ ਮੋਈ ਘਰ ਸੰਪਤ ਨਾਸੀ, ਮੁੰਡ ਮੁੰਡਾਈ ਭਇਓ ਸੰਨਿਆਸੀ। ਜਦੋਂ ਕੋਈ ਘਾਟਾ ਪੈ ਗਿਆ ਕਾਰੋਬਾਰ ਦੇ ਵਿੱਚ ਤੇ ਜੋਗੀਆਂ ਵਾਲਾ ਚੋਲਾ ਪਾ ਕੇ ਕਿਹਾ ਵੀ ਹਮ ਜੋਗੀ ਹੋਤੇ हैं। ਸ਼ਰਾਬੀ ਬੰਦੇ ਤੋਂ ਦੁਖੀ ਹੋ ਗਏ, ਘਰ ਵਾਲੀ ਮਰ ਗਈ ਤੇ ਸਭ ਕੁਝ ਹੀ ਵਿਕ ਗਿਆ। ਮੁੜ ਕੇ ਕਹਿਣਾ ਸਿਰ ਮੂੰਹ ਮਨਾ ਕੇ ਅੱਡੀ ਵਰਗੀ ਟਿੰਡ ਕਰਕੇ ਕਹਿਣਾ ਹਮ ਸੰਨਿਆਸੀ ਹੋਤੇ हैं। ਇਸ ਤਰ੍ਹਾਂ ਦੀ ਅੱਜ ਕੱਲ੍ਹ ਦੇ ਜੋਗੀ ਤੇ ਸੰਨਿਆਸੀ ਨੇ ਹੱਥ ਵਿੱਚ ਡੰਡਾ ਤੇ ਕਮੰਡਲ ਕਾਠ ਦਾ ਭਾਂਡਾ ਫੜ ਲੈਂਦਾ ਹੈ। ਬ੍ਰਾਹਮਣ ਬਣ ਕੇ ਸਿਰ ਦੇ ਉੱਪਰ ਸਿਖਾ ਬੋਧੀ ਧਾਰਨ ਕਰਦਾ ਹੈ ਤੇ ਗਲ ਵਿੱਚ ਸੂਤ ਜਨੇਊ ਪੜਗਲ ਪਾਵੇ ਜਨੇਊ ਪਾਉਂਦਾ ਅਤੇ ਤੇੜ ਧੋਤੀ ਬਣ ਲੈਂਦਾ ਹੈ। ਤੀਰਥ ਗਾਵਨ ਆਤ ਭ੍ਰਮਨ ਕਰੈ। ਬ੍ਰਹਮਚਾਰੀ ਬਣ ਕੇ ਤੀਰਥਾਂ ਦੇ ਜਾਣਾ ਕਰਦਾ ਅਤੇ ਸੰਨਿਆਸੀ ਬਣ ਕੇ ਅਤਿਅੰਤ ਹੀ ਭਰਮਣਾ ਕਰਦਾ ਰਹਿੰਦਾ ਹੈ। ਰਾਮ ਨਾਮ ਬਿਨ ਸ਼ਾਂਤ ਨ ਆਵੈ। ਪਰ ਰਮੇ ਪਰਮਾਤਮਾ ਦੇ ਨਾਮ ਤੋਂ ਬਗੈਰ ਸ਼ਾਂਤੀ ਨਹੀਂ ਆਉਂਦੀ। ਜਪ ਹਰ ਹਰ ਨਾਮ ਸੋ ਪਾਰ ਪਰੈ। ਜੋ ਹਰੇ ਭਰੇ ਕਰਨ ਵਾਲੀ ਹਰੀ ਦਾ ਨਾਮ ਜਪਦਾ ਉਹੀ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਪੈਂਦਾ ਪਹੁੰਚਦਾ ਹੈ। ਜਟਾ ਮੁਕਟ ਤਨ ਭਸਮ ਲਗਾਈ। ਭਾਵੇਂ ਕੋਈ ਜਟਾਵਾਂ ਦਾ ਜੂੜਾ ਕਰਕੇ ਸਰੀਰ ਉੱਪਰ ਸਵਾਹ ਲਾਈ ਜਾਵੇ ਤੇ ਕੱਪੜਿਆਂ ਨੂੰ ਛੱਡ ਕੇ ਵਸਤਰ ਛੋੜ ਤਨ ਨਗਨ ਪਾਇਆ। ਕੱਪੜਿਆਂ ਨੂੰ ਛੱਡ ਕੇ ਸਰੀਰ ਕਰਕੇ ਨੰਗਾ ਹੋ ਗਿਆ ਹੋਵੇ। ਰਾਮ ਨਾਮ ਬਿਨ ਤ੍ਰਿਪਤ ਨ ਆਵੈ। ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਿਕ ਤ੍ਰਿਪਤੀ ਨਹੀਂ ਆਉਂਦੀ। ਕਿਰਤ ਕੈ ਬੰਧੈ ਭੇਖ ਪਾਇਆ। ਕਰਮਾਂ ਤੇ ਬੰਦੇ ਹੋਣੇ ਦਾ ਇਹ ਲਿਬਾਸ ਧਾਰਨ ਕੀਤਾ ਹੋਇਆ ਹੈ। ਜੀਤੇ ਜੀ ਜੰਤ ਜਲ ਥਲ ਮਹੀਲ। ਇਹ ਪ੍ਰਭੂ ਜਿਤਨੇ ਵੀ ਛੋਟੇ ਵੱਡੇ ਜੀਵ ਜੰਤ ਪਾਣੀ ਵਾਲੀਆਂ ਥਾਵਾਂ ਤੇ ਖੁਸ਼ਕ ਥਾਵਾਂ ਦੇ ਵਿੱਚ ਵਸਦੇ ਨੇ
ਜਤਰ ਕਤਰ ਤੂੰ ਸਰਬ ਜੀਆ। ਜਿੱਥੇ ਕਿਤੇ ਵੀ ਤੂੰ ਸਾਰਿਆਂ ਜੀਆਂ ਦੇ ਅੰਦਰ ਵਿਆਪਕ ਹੈ ਜਾਂ ਸਭਨਾਂ ਦੀ ਪਾਲਣਾ ਕਰਦਾ ਹੈ। ਗੁਰ ਪ੍ਰਸਾਦ ਰਾਖ ਲੈ ਜਨ ਕਾ। ਗੁਰਾਂ ਦੀ ਕਿਰਪਾ ਦੁਆਰਾ ਮੈਨੂੰ ਦਾਸ ਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈਣਾ ਕਰ। ਹਰ ਰਸ ਨਾਨਕ ਝੋਲ ਪੀਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇਹ ਹਰੀ ਤੇਰੇ ਨਾਮ ਦੇ ਰਸ ਦੇ ਤਾਈ ਮੈਂ ਸੰਗਤ ਦੇ ਵਿੱਚ ਝੋਲ ਕੇ, ਜਿਵੇਂ ਦਹੀਂ ਨੂੰ ਚੰਗੀ ਤਰ੍ਹਾਂ ਝੋਲ ਕੇ ਘੋਚ ਮਚੋਲਾ ਕਰਕੇ ਰਿੜਕ ਕੇ ਤੇ ਲੱਸੀ ਪਾਣੀ ਜਿਹਾ ਵੱਖ ਕਰਕੇ ਜਿਹੜਾ ਉੱਪਰ ਮੱਖਣ ਤੈਰਦਾ ਹੁੰਦਾ ਉਹਨੂੰ ਉੱਪਰ ਦੀ ਝੋਲ ਕੇ ਵੱਖਰਾ ਕੱਢ ਲਈਦਾ, ਵਿੱਚ ਬਰਫ਼ ਪਾ ਕੇ ਚੰਗੀ ਤਰ੍ਹਾਂ ਰਿੜਕ ਰੁੜ ਕੇ ਘੋਲ ਘਾਲ ਕੇ ਮੱਖਣ ਨੂੰ ਪ੍ਰਾਪਤ ਕਰ ਲਈਦਾ। ਇਉਂ ਵਿਚਾਰ ਕਰਨ ਰੂਪੀ ਮੈਂ ਝੱਲ ਮਾਰਨਾ ਕਰਦਾ। ਝੋਲ ਮਹਾਰਸ ਹਰੀ ਅੰਮ੍ਰਿਤ ਬੀਜ ਝੋਲ ਕੇ ਉੱਪਰ ਦੀ ਅੰਮ੍ਰਿਤ ਨਾਮ ਰਸ ਨੂੰ ਮੈਂ ਪੀਣਾ ਕਰਦਾ ਹਾਂ। ਮਤਲਬ ਸੰਗਤ ਵਿੱਚ ਆਈਏ, ਕਿਸੇ ਹੋਰ ਪਾਸੇ ਧਿਆਨ ਨਾ ਕਰੀਏ। ਕੱਲ ਪਰਸੋਂ ਦੀ ਗੱਲ ਹੈ, ਸਵੇਰੇ 9 ਵਜੇ ਅਰਦਾਸ ਕਰ ਰਿਹਾ ਸੀਗਾ। ਹੁਣ ਬੱਚੇ ਸਾਂਭਣਾ ਤਾਂ ਅਰਦਾਸੀਏ ਦਾ ਕੰਮ ਨਹੀਂ, ਤਾਂ ਮਾਂ ਪਿਓ ਦਾ ਫਰਜ਼ ਬਣਦਾ। ਅਰਦਾਸੀਆ ਤਾਂ ਆਪਦੇ ਧਿਆਨ 'ਚ ਹੈ, ਮਗਰ ਦੀ ਬੱਚਾ ਦੌੜਿਆ ਆਇਆ ਤੇ ਸ਼ਸਤਰਾਂ ਦੇ ਉੱਪਰ ਚੜ ਗਿਆ। ਮੇਰੇ ਵਰਗੇ ਮੂਰਖ ਨੇ ਜਾ ਕੇ ਦਫ਼ਤਰ ਸ਼ਿਕਾਇਤ ਠੋਕਤੀ। ਹੁਣ ਉਹਨਾਂ ਨੂੰ ਕੀ ਪਤਾ ਅਰਦਾਸੀਏ ਦਾ ਕਸੂਰ ਰੱਖੇ ਜੀ, ਉਹਨੇ ਬੱਚੇ ਨੂੰ ਕਿਉਂ ਨਹੀਂ ਰੋਕਿਆ। ਹੁਣ ਅਰਦਾਸੀਏ ਤਾਂ ਅਰਦਾਸ ਕਰ ਰਹੇ, ਉਹਦਾ ਤਾਂ ਧਿਆਨ ਹੀ ਨਹੀਂ, ਬੱਚਾ ਤਾਂ ਪਿੱਛੋਂ ਦੀ ਦੌੜਿਆ ਆ। ਇਹ ਤਾਂ ਮਾਂ ਪਿਓ ਨੂੰ ਕੰਟਰੋਲ ਚਾਹੀਦਾ। ਮਤਲਬ ਸਾਧ ਸੰਗਤ ਸਾਰੀ ਹੀ ਸਹਿਯੋਗ ਦੇਵੇ ਤਾਂ ਕਿ ਗੁਰੂ ਜੀ ਦਾ ਸਤਿਕਾਰ ਸੰਪੂਰਨ ਤੌਰ 'ਤੇ ਰਹਿ ਸਕੇ। ਸੰਗਤ ਵਿੱਚ ਆ ਕੇ ਜੇ ਆਪਾਂ ਇਹੀ ਕੋਸ਼ਿਸ਼ ਕਰਦੇ ਰਹੇ, ਛੋਟੀ ਛੋਟੀ ਗੱਲ ਤੋਂ ਝਗੜਾ ਖੜਾ ਕਰਨਾ, ਫਿਰ ਕੁਛ ਪ੍ਰਾਪਤ ਨਾ ਕਰ ਸਕੇ। ਮੈਨੂੰ ਦੱਸਿਓ ਤੁਸੀਂ, ਜੇ ਕੁਛ ਲੈਣਾ ਹੈ ਤਾਂ ਧਿਆਨ ਤਾਂ ਸ਼ਬਦ ਦੀ ਵਿਚਾਰ 'ਚ ਰੱਖਣਾ ਪਊਗਾ। ਜਿਹਨੂੰ ਵੇਖਣਾ ਹੈ ਉਹਨੂੰ ਤਾਂ ਵੇਖਿਆ ਹੀ ਨਹੀਂ। ਤੇ ਇਸ ਵਾਸਤੇ ਬੱਚੇ ਨੂੰ ਦੇਖ ਲਿਆ, ਅਰੇ ਵੀ ਨਹੀਂ ਵੇਖਿਆ ਵੀ ਗਲਤੀ ਰੀਅਲ ਤੌਰ 'ਤੇ ਕਿਸ ਦੀ ਹੈ। ਸੋ ਇੱਕ ਵਿਚਾਰਾ ਆਪਦੇ ਗਲ 'ਚ ਪਰਨਾ ਪਾ ਕੇ ਹੱਥ ਜੋੜ ਕੇ ਖੜਾ ਹੈ, ਸੇਵਾ ਦੇ ਵਿੱਚ ਹਾਜ਼ਰ ਹੈ। 3-4 ਘੰਟੇ ਉਹਦੇ ਲਈ ਪਰੇਸ਼ਾਨੀ ਖੜੀ ਕਰ ਦਿੱਤੀ। ਸੋ ਚੰਗੀ ਬਾਤ ਨਹੀਂ ਹੈ। ਸੰਗਤ ਦੇ ਵਿੱਚ ਆਈਏ ਤੇ ਸ਼ਬਦ ਦੀ ਵਿਚਾਰ ਦੇ ਵਿੱਚ ਆਪਦੇ ਚਿੱਤ ਨੂੰ, ਆਪਦੇ ਮਨ ਨੂੰ ਸਾਧ ਸੰਗਤ ਜੀ ਉਹ ਲਾਉਣਾ ਕਰੀਏ। ਜੇ ਅਸੀਂ ਸੱਚਮੁੱਚ ਹੀ ਅੰਮ੍ਰਿਤ ਨਾਮ ਰਸ ਨੂੰ ਛਕਣਾ ਚਾਹੁੰਦੇ ਹਾਂ। ਅੰਮ੍ਰਿਤ ਰਸ ਹਰ ਕੀਰਤਨੋ, ਪਰ ਸਾਰੇ ਨਹੀਂ, ਕੋ ਬਿਰਲਾ ਪੀਵੇ। ਜੇ 1000 ਬੰਦਾ ਇਕੱਠਾ ਹੋਇਆ, ਜ਼ਰੂਰੀ ਨਹੀਂ ਵੀ 1000 ਹੀ ਪੀਂਦਾ ਹੋਊਗਾ। ਮੇਰੇ ਵਰਗੇ ਤਾਂ ਆਈਸਕ੍ਰੀਮਾਂ ਖਾਣ ਆਉਂਦੇ ਨੇ, ਮੈਨੂੰ ਮਾਫ਼ ਕਰਨਾ। ਲੰਗਰ ਤਾਂ ਸਾਧ ਸੰਗਤ ਵਾਸਤੇ ਹੀ ਹੈ, ਗੁਰੂ ਪਿਆਰੀਆਂ ਸੰਗਤਾਂ ਵਾਸਤੇ। ਸੰਗਤਾਂ ਹੀ ਸੇਵਾ ਕਰਦੀਆਂ ਨੇ। ਪਰ ਜੇ ਉੱਥੇ ਲੈਣ 'ਚ ਲੱਗ ਗਏ ਤੇ ਸ਼ਬਦ ਪੂਰੇ ਦਾ ਪੂਰਾ ਹੀ ਲੰਘ ਗਿਆ। ਖਾਣ ਪੀਣ ਦੇ ਵਿੱਚ ਹੀ ਘੰਟਾ ਗੁਜ਼ਰ ਗਿਆ, ਕੀਰਤਨ ਕਿੰਨੇ ਸੁਣਨਾ। ਅੰਮ੍ਰਿਤ ਰਸ ਹਰ ਕੀਰਤਨੋਂ ਕੋ ਬਿਰਲਾ ਪੀਵੈ, ਵਜ਼ੋ ਨਾਨਕ ਮਿਲਾਏ ਇੱਕ ਨਾਮ ਰਿਦ ਜਪ ਜਪ ਜੀਵੈ। ਹਜੂਰ ਸਾਹਿਬ ਗਏ ਤੇ ਮਾਰਕੀਟ ਜੀ ਘੁੰਮਦੇ ਰਹੇ। ਗਿਰੀ ਦਾ ਤੇਲ ਕਿੱਥੇ ਸਸਤਾ ਮਿਲਦਾ, ਕਿੱਥੇ ਮਹਿੰਗਾ ਮਿਲਦਾ, ਕਿਤੇ ਨਸ਼ਾ ਪਤਾ ਸਸਤਾ, ਕਿਤੇ ਮਹਿੰਗਾ। ਸ਼ੋਪਿੰਗ ਹੀ ਕਰਦੇ ਰਹੇ। ਫਤਿਹਗੜ੍ਹ ਸਾਹਿਬ ਜਾ ਕੇ ਸ਼ਬਦ ਕੀਰਤਨ ਤਾਂ ਬਹਿ ਕੇ ਸੁਣਿਆ ਹੀ ਨਹੀਂ। ਰਾਗੀਆਂ ਦੇ ਮਗਰ ਦੱਸੋ ਕੌਣ ਬੈਠਾ ਹੁੰਦਾ। ਇਸ ਵਾਸਤੇ ਮਹਾਰਾਜ ਦੀ ਕਿਰਪਾ ਹੋਵੇ ਤੇ ਤਾਂ ਹੀ ਸ਼ਬਦ ਵਿੱਚ ਚਿੱਤ ਜੁੜਦਾ ਹੈ। ਕੋਈ ਵਿਰਲਾ ਭਾਗਾਂ ਵਾਲਾ ਹੈ ਜਿਨ੍ਹਾਂ ਨੇ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ। ਨਹੀਂ ਤਾਂ ਅਸੀਂ ਆਪਦੀਆਂ ਕਹਾਣੀਆਂ ਪਾਉਂਦੇ ਹਾਂ, ਧੀਆਂ ਪੁੱਤਾਂ ਦੀਆਂ, ਘਰ-ਬਾਰ ਦੀਆਂ, ਨਿੰਦਿਆ ਚੁਗਲੀ ਇੱਧਰ ਉੱਧਰ ਦੀਆਂ ਗੱਲਾਂ ਮਾਰ ਕੇ ਗਾਂਹ ਜਾਂਦੇ ਆ। ਆਪਦੀਆਂ ਕਹਾਣੀਆਂ ਨਹੀਂ ਸਾਡੀਆਂ ਮੁੱਕਦੀਆਂ, ਤੇ ਗੁਰੂ ਦੀਆਂ ਕਹਾਣੀਆਂ ਆਪਾਂ ਕਿੱਥੋਂ ਸੁਣ ਸਕਦੇ ਹਾਂ। ਕਿਸੇ ਵਿਰਲੇ ਨੇ ਹੀ
ਕਹਿੰਦੇ ਨੇ ਰਾਜਾ ਰਾਮ ਦੀ ਕਹਾਣੀ ਨੂੰ ਜਾਣਿਆ ਹੈ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਪਾਤਸ਼ਾਹ ਜੀ ਕਥਨ ਕਰਦੇ ਨੇ, ਗੁਰ ਪ੍ਰਸਾਦ ਰਾਖ ਲਈ ਜਨ ਕਾ। ਗੁਰਾਂ ਦੀ ਕਿਰਪਾ ਦੁਆਰਾ ਮੈਂ ਦਾਸ ਨੂੰ ਆਪਣੀ ਸ਼ਰਨ ਦੇ ਵਿੱਚ ਇਹ ਪਾਤਸ਼ਾਹ ਰੱਖ ਲੈਣਾ ਕਰੋ। ਹਰ ਰਸ ਨਾਨਕ ਝੋਲ ਪੀਆ। ਇਹ ਹਰੀ ਤੇਰੇ ਹਰੀ ਨਾਮ ਰਸ ਦੇ ਤਾਈ ਮੈਂ ਸੰਗਤ ਵਿੱਚ ਵਿਚਾਰ ਕੇ ਪੀਣਾ ਕਰਦਾ। ਵਿਚਾਰ ਕਰਨ ਰੂਪੀ ਝੱਲ ਮਾਰਨਾ ਕਰਦਾ। ਆਗ ਭੈਰਵ ਮਹਲਾ ਤੀਜਾ। ਭੈਰੂ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਚੌਪਦੇ ਘਰ ਪਹਿਲਾ। ਚਾਰ ਚਾਰ ਪਦੀਆਂ ਵਾਲੇ ਸ਼ਬਦ ਪਹਿਲੇ ਸੁਰਤਾਲ ਵਿੱਚ ਉਚਾਰਨ ਕਰ ਰਹੇ ਹਨ। ਪਹਿਲੇ ਪਾਤਸ਼ਾਹ ਦੇ ਸ਼ਬਦ ਇੱਥੇ ਸੰਪੂਰਨ ਹੋਏ ਨੇ, ਤੀਜੇ ਪਾਤਸ਼ਾਹ ਦੇ ਸ਼ਬਦ ਪ੍ਰਾਰੰਭ ਹੋ ਰਹੇ ਹਨ। ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਾਤ ਕਾ ਗਰਭ ਨਾ ਕਰਿਓ ਕੋਈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਕੁਝ ਬ੍ਰਾਹਮਣ ਆਏ। ਉਹਨਾਂ ਨੇ ਆਪਣੇ ਆਪ ਨੂੰ ਸਭ ਤੋਂ ਸ੍ਰੇਸ਼ਟ ਕਥਨ ਕਰਦਿਆਂ ਆਪਣੀ ਜਾਤ ਦਾ ਹੰਕਾਰ ਕੀਤਾ। ਤਦੋਂ ਉਹਨਾਂ ਦੀ ਜਾਤ ਦਾ ਹੰਕਾਰ ਤੋੜਨ ਲਈ ਸਤਿਗੁਰੂ ਜੀ ਪਰਮ ਪਵਿੱਤਰ ਉਪਦੇਸ਼ ਕਥਨ ਕਰਦੇ ਨੇ। ਹੁਣ ਇੱਥੇ ਵੈਸੇ ਬ੍ਰਾਹਮਣ ਤਾਂ ਕੋਈ ਬੈਠਾ ਨਹੀਂ ਹੋਇਆ, ਆਪਾਂ ਹੀ ਲੋਕ ਬੈਠੇ ਹੋਏ ਆ। ਹੇ ਭਾਈ, ਆਪਣੀ ਜਾਤੀ ਦਾ ਆਪਣੀ ਬੁੱਧ ਦਾ ਹੰਕਾਰ ਕੋਈ ਵੀ ਨਾ ਕਰੋ। ਮੇਰੇ ਵਰਗੇ ਸੋਚਦੇ ਵੀ ਮੈਂ ਹੀ ਗਿਆਨੀ ਆ, ਬਾਕੀ ਤਾਂ ਸਭ ਐਵੇਂ ਹੀ ਨੇ। ਪਰ ਗੁਰੂ ਘਰ ਦੇ ਵਿੱਚ ਕਹਿੰਦੇ ਜੋ ਪ੍ਰਾਣੀ ਗੋਬਿੰਦ ਤੇ ਆਵੇ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੇ। ਜਾਤ ਨਾਮ ਬੁੱਧੀ ਦਾ, ਜਾਤ ਨਾਮ ਜਾਤੀ ਦਾ ਹੈ। ਨਾ ਤਾਂ ਬੁੱਧੀ ਦਾ ਹੰਕਾਰ ਕਰੋ, ਨਾ ਹੀ ਆਪਣੀ ਉੱਚੀ ਜਾਤ ਦਾ ਹੰਕਾਰ ਕਰੋ। ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜੋ ਪਰਮਾਤਮਾ ਨੂੰ ਜਾਣ ਲੈਂਦਾ ਅਸਲ ਦੇ ਵਿੱਚ ਉਹੀ ਬ੍ਰਾਹਮਣ ਹੋ ਸਕਦਾ ਹੈ। ਬ੍ਰਹਮ ਬਿੰਦੈ ਤਿਸ ਦਾ ਬ੍ਰਹਿ ਮਤ ਰਹਿ। ਏਕ ਸ਼ਬਦ ਬੁਲਾਏ ਨਮ ਨਿਧੀ 18 ਸਿੱਧੀ ਪਿਛੇ ਲੱਗੀਆਂ ਫਿਰ ਹੈ। ਜੋ ਹਰ ਹਿਰਦੈ ਸਦਾ ਵਸਾਏ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਬਰਾੜ ਜੱਟ ਸਨ ਤੇ ਟਕਸਾਲ ਦੇ ਮੁਖੀ ਬਣੇ। ਉਹਨਾਂ ਨੇ ਹੈਡ ਗ੍ਰੰਥੀ ਕਿਹੜਾ ਲਾਇਆ ਆ ਤੁਹਾਡੇ ਕੋਲ ਹੀ, ਇੱਥੋਂ 60 ਕਿਲੋਮੀਟਰ ਦੀ ਦੂਰੀ ਤੇ ਰੋਪੜ ਦੇ ਨਜ਼ਦੀਕ ਪਣਿਆਲੀ ਪਿੰਡ ਹੈ। ਪਣਿਆਲੀ ਇੰਨੇ ਪਿਆਰ ਵਾਲੇ ਗੁਰਮੁਖ ਮੈਨੂੰ ਨਾ ਹਰ ਸਾਲ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਜਨਵਰੀ 'ਚ ਹੁੰਦਾ। ਕਹਿਣਾ ਸਾਡੇ ਪਿੰਡ ਕਥਾ ਕਰ ਆਏਗਾ। ਸਾਡੇ ਲੋਕਾਂ ਕੋਲ ਪੈਸੇ ਨਹੀਂ ਤੇ ਬੱਸੇ ਤੁਹਾਡੀ ਬਾਜੀ ਰਖਾ ਦਿਆਂਗੇ, ਉਤੋਂ ਬੱਸ ਤੋਂ ਲਾਹ ਕੇ ਲੈ ਜਾਣਗੇ। ਮੈਂ ਕਿਹਾ ਕੋਈ ਗੱਲ ਨਹੀਂ। ਕਹਿੰਦੇ ਗੱਡੀ ਦਾ ਕਿਰਾਇਆ ਨਹੀਂ ਉਹਨਾਂ ਕੋਲ ਹੁੰਦਾ ਤੇ ਰੋਟੀ ਪਾਣੀ ਦਾ ਪ੍ਰਬੰਧ ਕਿਤੇ ਹੋਰ ਕਰ ਦਿਆਂਗੇ। ਚਮਾਰ ਜਾਤੀ ਨਾਲ ਸੰਬੰਧਿਤ ਗਿਆਨੀ ਗੁਰਦੀਪ ਸਿੰਘ ਜੀ। ਪਰ ਉਹਨਾਂ ਦੇ ਹੱਥ ਦੀ ਸਫਾਈ, ਜਦ ਮਹਾਰਾਜ ਦਾ ਸੁੱਖ ਆਸਨ ਕਰਨਾ, ਇੱਕ ਵਾਰ ਮੈਨੂੰ ਕਹਿੰਦੇ ਵੀ ਵੱਟ ਨਹੀਂ ਹੋਣਾ ਚਾਹੀਦਾ। ਸਾਡੀ ਚਾਦਰ 'ਚ ਵੱਟ ਪਿਆ ਹੋਵੇ, ਰਾਤ ਨੀਂਦ ਨਹੀਂ ਆਉਂਦੀ। ਕਹਿੰਦੇ ਇਸ ਤਰ੍ਹਾਂ ਸੁੱਖ ਆਸਨ ਕਰਨਾ ਵੀ ਵੱਟ ਨਹੀਂ ਹੋਏ। ਆਪ ਕਰਨਾ ਸਿਖਾਇਆ ਤੇ ਸੱਜੇ ਤੋਂ ਲੈ ਕੇ ਜਿਸ ਤਰ੍ਹਾਂ ਚੱਕੀ ਘੁਮਾਈ ਦੀ ਇਸ ਤਰ੍ਹਾਂ ਸੁੱਖ ਆਸਨ ਵਾਲੇ 2 ਰੁਮਾਲਿਆਂ 'ਚ ਪਾਤਸ਼ਾਹ ਜੀ ਦਾ ਸੁੱਖ ਆਸਨ ਕਰਨਾ। ਗਾਤਰਾ ਸੀਂਦੇ ਬਹੁਤ ਸਾਫ ਸਫਾਈ ਨਾਲ, ਪੋਥੀਆਂ ਸਾਹਿਬ ਤੇ ਚੋਲੀਆਂ ਚੜਾਉਂਦੇ। ਹੁਣ ਵੀ ਇੰਗਲੈਂਡ ਦੇ ਵਿੱਚ ਲੈਸਟਰ ਸ਼ਹਿਰ ਦੇ ਵਿੱਚ ਉਹਨਾਂ ਨੇ ਗੁਰਮੁਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਜਿਲਦਾਂ ਬੰਨ੍ਹਣ ਲਈ ਪੱਤਰੇ ਸਾਹਿਬਾਂ ਦੀ ਸੇਵਾ ਲਈ ਬੁਲਾਇਆ ਸੀਗਾ। ਮਹਾਰਾਜ ਦਾ ਸਤਿਕਾਰ ਇਹਨਾਂ ਮਨ ਵਿੱਚ। ਉਹ ਦਮਦਮੀ ਟਕਸਾਲ ਦੇ ਕਾਫੀ ਸਾਲ ਹੈਡ ਗ੍ਰੰਥੀ ਰਹੇ ਤੇ ਇਸ ਵਾਸਤੇ ਮਹਾਰਾਜ ਕਹਿੰਦੇ ਜਿਹਨੇ ਪਰਮਾਤਮਾ ਨੂੰ ਜਾਣ ਲਿਆ, ਅਸਲ 'ਚ ਉਹੀ ਬ੍ਰਾਹਮਣ ਉੱਚੀ ਜਾਤ ਵਾਲਾ ਹੈ। ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ।
ਇਹ ਸ਼ਾਸਤਰ ਗਿਆਨ ਤੋਂ ਰਹਿਤ ਮੂਰਖ ਤੇ ਪਰਮਾਰਥ ਤੋਂ ਰਹਿਤ ਬੇਸਮਝ ਜੀਵ ਹੈ। ਜਿੰਨੇ ਗੁਰੂ ਹੋਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਕੋਈ ਜੱਟ ਜ਼ਿਮੀਂਦਾਰ ਨਹੀਂ ਸੀਗਾ, ਸਭ ਖੱਤਰੀ ਸੀਗੇ। ਹੰਸਾਲੀ ਵਾਲੀ ਮਹਾਂਪੁਰਖ ਤੁਸੀਂ ਦੱਸੋ ਕਿਹੜੀ ਜਾਤ ਚੋਂ ਸੀ? ਰਾਮਗੜੀਆਂ ਮਿਸਤਰੀ। ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਉਹ ਮਿਸਤਰੀ ਰਾਮਗੜੀਆ। ਤੇ ਹੁਣ ਪਿਆਰੇ ਗੇਜਾ ਸਿੰਘ ਜੀ ਮਹਾਂਪੁਰਖ ਬਹੁਤ ਸਤਿਕਾਰ ਵਾਲੀ ਰੂਹ, ਤੇ ਉਹ ਵੀ ਮਹਿਰਾ ਜਾਤ ਵਿੱਚੋਂ ਹਨ। ਤੋ ਇਸ ਵਾਸਤੇ ਜਾਤ ਨਹੀਂ ਗੁਰਦੁਆਰੇ ਪਹਿਚਾਣੀ ਜਾਂਦੀ, ਇੱਥੇ ਤਾਂ ਗਿਆਨ ਪਹਿਚਾਣਿਆ ਜਾਂਦਾ। ਮਰਦਾਨਾ ਵੇਖੋ 82 ਤੇ ਮੁਸਲਮਾਨ ਸੀਗਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਈਆਂ ਨੇ ਤਰਕ ਵੀ ਕੀਤੀ ਵੀ ਕਿਹਨੂੰ ਨਾਲ ਲਈ ਫਿਰਦੇ ਹੋ। ਮਲਕ ਭਾਗੋ ਨੇ ਭਾਈ ਲਾਲੋ ਤੇ ਮਰਦਾਨੀ ਆਦਿ ਤੇ ਤਰਕ ਕੀਤੀ। ਮਰ ਕਹਿੰਦੇ ਲਿਆ ਬਦੇ ਭੂੜੇ, ਮੈਂ ਤੈਨੂੰ ਦਿਖਾਉਣਾ ਤੂੰ ਵੱਡਾ ਖੱਤਰੀ ਬਣਿਆ ਫਿਰਦਾ। ਉਹਨੂੰ ਹੱਥ ਵਿੱਚ ਪਕੜ ਕੇ ਤੇ ਖੂਨ ਕੱਢ ਕੇ ਦਿਖਾਇਆ ਸੀਗਾ। ਭਾਈ ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦਸਾਂ ਨੌਂ ਦੀ ਕਿਰਤ ਦਾ ਲਾਭ ਬੜਾ ਹੁੰਦਾ, ਬਰਕਤ ਬੜੀ ਹੁੰਦੀ, ਦੁੱਧ ਕੱਢ ਕੇ ਦਿਖਾਇਆ। ਇਸ ਲਈ ਇਹ ਮੂਰਖ ਬੇਸਮਝਾ ਆਪਣੀ ਜਾਤੀ ਦਾ ਆਪਣੀ ਬੁੱਧੀ ਦਾ ਹੰਕਾਰ ਨਾ ਕਰ। ਪੜਿਆ ਮੂਰਖ ਆਖੀਆ ਜਿਸ ਲੱਭ ਲੋਭ ਅਹੰਕਾਰ। ਇਸ ਗਰਭ ਤੇ ਚਲਹਿ ਬਹੁਤ ਵਿਕਾਰਾ। ਹੰਕਾਰੀ ਬੰਦੇ ਦੀ ਜ਼ੁਬਾਨ 'ਚ ਕੀੜੇ ਪੈਂਦੇ ਨੇ, ਕੀੜੇ ਪੈ ਕੇ ਮਰਦਾ ਉਹ, ਸਰੀਰ 'ਚ ਕੀੜੇ ਪੈ ਜਾਂਦੇ ਨੇ। ਆ ਜਿਹੜੇ ਵਿਕਾਰ ਨੇ ਕੀੜਿਆਂ ਦੀ ਤਰ੍ਹਾਂ ਹੀ ਨੇ, ਅੰਦਰੋਂ ਖੋਖਲਾ ਕਰ ਦਿੰਦੇ। ਕਾਮ ਕ੍ਰੋਧ ਰੂਪ ਇਹ ਕੀੜੇ ਵਿਕਾਰ ਚੱਲਣ ਲੱਗ ਪੈਂਦੇ ਨੇ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਬੰਦੇ ਦਾ ਸਰੀਰ ਉਹਦੀ ਬੁੱਧੀ ਸੜਿਆਣ ਮਾਰਦੀ ਹੈ। ਮਾਇਆ ਧਾਰੀ ਤੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਚਾਰੇ ਵਰਨ ਆਖੈ ਸਭ ਕੋਈ। ਖੱਤਰੀ ਬ੍ਰਾਹਮਣ ਸ਼ੂਦਰ ਵੈਸੇ ਚਾਰੇ ਵਰਨ ਸਭ ਕੋਈ ਭਿੰਨ ਭਿੰਨ ਆਖਦੇ ਨੇ। ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਪਰ ਪਰਮਾਤਮਾ ਦੀ ਜੋਤ ਰੂਪ ਅੰਸ਼ ਤੋਂ ਹੀ ਸਾਰੀਆਂ ਦੀ ਉਤਪਤੀ ਹੋਈ ਹੈ। ਬ੍ਰਹਮ ਦੀ ਬੂੰਦ ਪਾਣੀ ਤੋਂ ਸਭ ਦੀ ਉਤਪਤੀ ਹੋਈ ਹੈ। ਇਹ ਬਿੰਦ ਜਾਣੋ ਕਿ ਬ੍ਰਹਮ ਤੋਂ ਹੀ ਸਭ ਦੀ ਪੈਦਾਇਸ਼ ਹੋਈ ਹੈ, ਜਾਂ ਬ੍ਰਹਮ ਦੇ ਜਾਣਨ ਕਰਕੇ ਬ੍ਰਾਹਮਣ ਪੁਣੀ ਦੀ ਪੈਦਾਇਸ਼ ਹੁੰਦੀ ਹੈ। ਏਕ ਸਗਲ ਸੰਸਾਰਾ। ਇਹ ਸਾਰਾ ਹੀ ਜਗਤ ਪੰਜਾਂ ਤੱਤਾਂ ਦੀ ਇੱਕ ਮਿੱਟੀ ਤੋਂ ਹੀ ਬਣਿਆ ਹੋਇਆ ਹੈ। ਬ੍ਰਾਹਮਣ ਦਾ ਸਰੀਰ ਉੱਚੀ ਜਾਤ ਵਾਲੇ ਦਾ ਸਰੀਰ ਕੋਈ ਸੋਨੇ ਦਾ ਤਾਂ ਨਹੀਂ ਬਣਿਆ ਹੋਇਆ। ਬਹੁ ਬਿਦ ਭਾਂਡੇ ਘੜੈ ਕੁਮਾਰਾ। ਜਿਵੇਂ ਇੱਕ ਮਿੱਟੀ ਤੋਂ ਘੁਮਿਆਰ ਬਹੁਤ ਤਰ੍ਹਾਂ ਦੇ ਭਾਂਡੇ ਘੜਦਾ ਬਣਾਉਂਦਾ ਹੈ, ਇਸੇ ਪ੍ਰਕਾਰ ਈਸ਼ਰ ਰੂਪ ਘੁਮਿਆਰ ਨੇ ਪੰਜਾਂ ਤੱਤਾਂ ਦੀ ਮਿੱਟੀ ਤੋਂ ਰਾਜਸੀ ਤਾਮਸੀ ਸਾਂਦਕੀ ਸੁਭਾਵਾਂ ਵਾਲੇ ਜਾਂ ਚਾਰੇ ਖਾਣੀਆਂ ਵਾਲੇ ਅਨੇਕਾਂ ਜੀਵ ਰੂਪ ਭਾਂਡੇ ਘੜਨਾ ਕੀਤੇ ਹਨ। ਪੰਜ ਤਤ ਮਿਲ ਦੇਹੀ ਕਾ ਆਕਾਰਾ। ਇਹਨਾਂ ਪੰਜ ਤੱਤਾਂ ਨੂੰ 25 ਪ੍ਰਕਿਰਤੀਆਂ 'ਚ ਮੇਲ ਕੇ ਸਥੂਲ ਸਰੀਰ ਦਾ ਆਕਾਰ ਢਾਂਚਾ ਬਣਾਉਣਾ ਕੀਤਾ। ਭਾਵ ਅਵਿਦਿਆ ਕਰਕੇ ਜੀਵਾਂ ਦੇ ਕਾਰਨ ਸਰੀਰ ਨੇ 17 ਸੂਖਮ ਦੱਤਾਂ, 5 ਗਿਆਨ ਇੰਦਰੇ, 5 ਕਰਮ ਇੰਦਰੇ, 5 ਸੂਖਮ ਦੱਤ ਮਨ ਤੇ ਬੁੱਧ ਦਾ ਸੂਖਮ ਸਰੀਰ ਤੇ 5 ਤੱਤਾਂ ਨੂੰ 25 ਹਿੱਸਿਆਂ 'ਚ ਵੰਡ ਕੇ 25 ਪ੍ਰਕਿਰਤੀਆਂ ਦੁਆਰਾ ਅਸਤੂਲ ਸਰੀਰ ਰਚਨਾ ਕੀਤੇ ਹਨ। ਘਟ ਵੱਧ ਕੋ ਕਰੈ ਵਿਚਾਰਾ। ਕਿਹੜਾ ਨਿਰਣਾ ਕਰ ਸਕਦਾ ਕਿ ਇਸ ਵਿੱਚ ਆਹ ਚੀਜ਼ ਘੱਟ ਹੈ, ਇਹਦੇ ਵਿੱਚ ਆਹ ਚੀਜ਼ ਵੱਧ ਹੈ? ਭਾਵ ਕਿ ਕੌਣ ਕਹਿ ਸਕਦਾ ਕਿ ਕਿਸੇ ਵਰਨ ਵਿੱਚ ਥੋੜੇ ਤੱਤ ਨੇ? ਭਾਵ ਕੋਈ ਨਹੀਂ ਆਖ ਸਕਦਾ। ਕਹਿਤ ਨਾਨਕ ਇਹੋ ਜਿਉ ਕਰਮ ਬੰਦ ਹੋਈ। ਸਤਿਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਨੇ ਕਿ ਜੀਵ ਤਾਂ ਕਰਮਾਂ ਦਾ ਬੱਝਿਆ ਹੋਇਆ ਹੈ। ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ। ਸਤਿਗੁਰੂ ਜੀ ਦੇ ਮਿਲਣ ਤੋਂ ਬਿਨਾਂ ਇਹਨਾਂ ਕਰਮਾਂ ਇਹਨਾਂ ਬੰਧਨਾਂ ਤੋਂ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਰਥ ਬਖਸ਼ਣੀ। ਕਹਿਤ ਨਾਨਕ ਇਹੋ ਜਿਉ ਕਰਮ ਬੰਦ ਹੋਈ। ਬਿਨ ਸਤਿਗੁਰ ਭੇਟੇ
ਮੁਕਤ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ